ਹਫਤਾਵਾਰੀ ਦੇਸ਼ ਪ੍ਰਦੇਸ਼ ਟੀਵੀ ਪ੍ਰੋਗਰਾਮ ਲੈ ਕੇ ਬਲਜਿੰਦਰ ਸਿੰਘ ਅਟਵਾਲ ਹਾਜ਼ਰ ਹੈ। ਸਾਰੇ ਹੀ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਤੇ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਵਿੱਚ ਆਪ ਸਾਰਿਆਂ ਦਾ ਹੀ ਬਹੁਤ-ਬਹੁਤ ਸਵਾਗਤ ਹੈ। ਅੱਜ ਦੇ ਪ੍ਰੋਗਰਾਮ ਦਾ ਵੇਰਵਾ ਇਸ ਤਰ੍ਹਾਂ ਹੈ ਕਿ ਸਭ ਤੋਂ ਪਹਿਲਾਂ ਤਾਂ ਇੱਕ ਗੀਤ ਸੁਣਾਂਗੇ, ਫਿਰ ਅੰਮ੍ਰਿਤ ਵਿਰਦੀ ਖਾਸ ਖਬਰਾਂ ਪੇਸ਼ ਕਰਨਗੇ, ਉਸ ਤੋਂ ਬਾਅਦ ਫਿਰ ਇੱਕ ਗੀਤ ਸ਼ਾਮਲ ਕਰਾਂਗੇ ਤੇ ਉਸ ਤੋਂ ਬਾਅਦ ਪੰਜਾਬੀ ਬੋਲੀ ਬਾਰੇ ਇੱਕ ਖਾਸ ਗੱਲਬਾਤ ਹੋਵੇਗੀ। ਬਹੁਤੇ ਦਰਸ਼ਕਾਂ ਲਈ ਉਹ ਬਹੁਤ ਹੈਰਾਨੀਜਨਕ ਵੀ ਹੋ ਸਕਦੀ ਹੈ, ਜਾਣਕਾਰੀ ਭਰਪੂਰ ਹੋ ਸਕਦੀ ਹੈ। ਪ੍ਰੋਗਰਾਮ ਦੀ ਸਮਾਪਤੀ ਤੇ ਵੀ ਹਰ ਹਫ਼ਤੇ ਦੀ ਤਰ੍ਹਾਂ ਇੱਕ ਗੀਤ ਸੁਣਾਂਗੇ। ਆਪਣੀ ਜਨਮ ਭੂਮੀ ਛੱਡ ਕੇ ਪਰਦੇਸੀ ਹੋਣਾ ਕੋਈ ਖੁਸ਼ੀ ਦੀ ਨਹੀਂ ਸਗੋਂ ਦੁੱਖ ਦੀ ਗੱਲ ਹੁੰਦੀ ਹੈ। ਅੱਜ ਦੁੱਖ ਦੀ ਨਹੀਂ ਸਗੋਂ ਖੁਸ਼ੀ ਪ੍ਰਤੀਤ ਹੁੰਦੀ ਹੈ, ਪਰ ਇਸ ਖੁਸ਼ੀ ਨੂੰ ਡੂੰਘਾਈ 'ਚ ਦੇਖੋ ਤਾਂ ਥੱਲੇ ਦਰਦ ਛੁਪਿਆ ਹੋਵੇਗਾ। ਮਜਬੂਰੀਆਂ ਹੋਣਗੀਆਂ, ਆਪਣੇ ਮਾਂ-ਬਾਪ, ਦੋਸਤਾਂ ਮਿੱਤਰਾਂ, ਪਿੰਡ ਦੀਆਂ ਗਲੀਆਂ ਸਭ ਕੁਝ ਛੱਡਣ 'ਚ ਬਿਹਤਰੀ ਸਮਝਣਾ ਤੇ ਪਰਦੇਸੀ ਹੋਣਾ। ਹਰ ਇੱਕ ਦੀ ਮਜਬੂਰੀ ਅਲੱਗ ਹੋ ਸਕਦੀ ਹੈ। ਆਪਣੇ ਮੁਲਕ ਦੇ ਵਿੱਚ ਸਭ ਕੁਝ ਠੀਕ ਠਾਕ ਹੋਵੇ ਤਾਂ ਕੀ ਲੋੜ ਹੈ ਜਨਮ ਭੂਮੀ ਤੋਂ ਟੁੱਟਣ ਦੀ। ਪਰਦੇਸੀ ਹੋਣ ਦੇ ਕਾਰਨਾਂ ਨੂੰ ਪ੍ਰਗਟ ਸਿੰਘ ਹੁਣੀ ਇੱਕ ਗੀਤ ਦੇ ਰੂਪ ਦੇ ਵਿੱਚ ਲਿਖਿਆ ਸੀ। ਸੁਣਦੇ ਹਾਂ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ। ਸਾਡੇ ਦਿਲ ਤੋਂ ਪੁੱਛ ਸੱਜਣਾ ਹੋਏ ਅਸੀਂ ਕਿਉਂ ਪਰਦੇਸੀ ਹੋਏ। ਘਰ ਛੱਡਣੇ ਸੌਖੇ ਨਹੀਂ ਜਿਨ੍ਹਾਂ ਨੂੰ ਉਹ ਛੱਡਣ ਵੇਲੇ ਰੋਏ। ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ। ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ। ਸਾਨੂੰ ਅੱਜ ਵੀ ਚੇਤੇ ਨੇ ਹੰਝੂ ਤੋਰਨ ਵੇਲੇ ਮਾਂ ਦੇ, ਜਿੱਥੇ ਬਚਪਨ ਬੀਤਿਆ ਸੀ ਕੋਨੇ ਕੋਨੇ ਉਸ ਘਰਾਂ ਦੇ। ਸਾਨੂੰ ਅੱਜ ਵੀ ਚੇਤੇ ਨੇ ਹੰਝੂ ਤੋਰਨ ਵੇਲੇ ਮਾਂ ਦੇ, ਜਿੱਥੇ ਬਚਪਨ ਬੀਤਿਆ ਸੀ ਕੋਨੇ ਕੋਨੇ ਉਸ ਘਰਾਂ ਦੇ। ਘਰ ਹੱਸਦਿਆਂ ਵਸਦਿਆਂ ਦੇ ਜਦ ਹੱਥੀ ਬੂਹੇ ਢੋਏ। ਹੋ ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ। ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ। ਮਾਪਿਆਂ ਨੇ ਕਿਤੇ ਸਾਡਾ ਪੁੱਤ ਨੌਕਰੀ ਕਰ ਲੇ, ਉੱਥੇ ਰਿਸ਼ਵਤ ਖੋਰਾਂ ਨੇ ਲੁੱਟ ਲੁੱਟ ਆਪਣੇ ਹੀ ਘਰ ਭਰ ਲੇ। ਕੀਤੀ ਕੋਸ਼ਿਸ਼ ਮਾਪਿਆਂ ਨੇ ਕਿਤੇ ਸਾਡਾ ਪੁੱਤ ਨੌਕਰੀ ਕਰ ਲੇ, ਉੱਥੇ ਰਿਸ਼ਵਤ ਖੋਰਾਂ ਨੇ ਲੁੱਟ ਲੁੱਟ ਆਪਣੇ ਹੀ ਘਰ ਭਰ ਲੇ। ਕੱਚੀ ਉਮਰੇ ਟੁੱਟ ਜਾਂਦੇ ਸਦਰਾਂ ਦੇ ਹਾਰ ਪਰੋਏ। ਹੋ ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ। ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ। ਚੱਕਰਾਂ ਵਿੱਚ ਪੈਂਦੇ ਸਾਡੇ ਦਿਲ 'ਚ ਪੰਜਾਬ ਵਸੇ, ਭਾਵੇਂ ਲੱਖ ਕੈਨੇਡਾ ਰਹਿੰਦੇ। ਕੰਮ ਉੱਥੇ ਹੀ ਮਿਲ ਜਾਂਦੇ ਫੇਰ ਅਸੀਂ ਕਿਉਂ ਚੱਕਰਾਂ ਵਿੱਚ ਪੈਂਦੇ। ਸਾਡੇ ਦਿਲ 'ਚ ਪੰਜਾਬ ਵਸੇ, ਭਾਵੇਂ ਲੱਖ ਪਰਦੇਸੀ। ਪਰ ਸ਼ੁਕਰ ਹੈ ਦਾਤੇ ਦਾ ਪ੍ਰਗਟ ਰੁੜ ਕੇ ਵੀ ਨਾ ਮੋਏ।
ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ ਘਰ ਛੱਡਣੇ ਸੌਖੇ ਨਹੀਂ ਜਨਾਂ ਨੂੰ ਛੱਡਣ ਵੇਲੇ ਰੋਏ ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ ਸਤਿ ਸ਼੍ਰੀ ਅਕਾਲ। ਦੇਸ਼ ਪ੍ਰਦੇਸ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਅੰਮ੍ਰਿਤਵਰ ਦੀ ਖਬਰਸਾਰ ਹਫਤਾਵਾਰ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ। ਪੰਜਾਬ ਪੁਲਿਸ ਦੀ ਗਿਰਫਤ ਵਿੱਚ ਆਉਣ ਮਗਰੋਂ 22 ਜੂਨ ਤੱਕ ਪੁਲਿਸ ਰਿਮਾਂਡ ਤੇ ਲਾਰੈਂਸ ਬਿਸ਼ਨੋਈ ਹੌਲੀ-ਹੌਲੀ ਹੋ ਰਹੇ ਨੇ ਕਈ ਖੁਲਾਸੇ। ਪੁਲਿਸ ਵੱਲੋਂ 4 ਹੋਰ ਸ਼ੂਟਰਾਂ ਦੀ ਪਛਾਣ ਦਾ ਦਾਅਵਾ। ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਚ ਮਹਿੰਗਾਈ ਦੀ ਮਾਰ। ਅਮਰੀਕਾ 'ਚ ਪਿਛਲੇ 30 ਸਾਲਾਂ ਦਾ ਵਿਆਜ ਦਰਾਂ 'ਚ ਸਭ ਤੋਂ ਵੱਡਾ ਵਾਧਾ। ਯੂਰਪ ਦੇ ਵਿੱਚ ਵੀ ਰਿਕਾਰਡ ਤੋੜ ਮਹਿੰਗਾਈ। ਅਤੇ ਭਾਰਤ ਵਿੱਚ ਕੇਂਦਰ ਸਰਕਾਰ ਦੀ ਅਗਨੀਪਥ ਸਕੀਮ ਦਾ ਜ਼ਬਰਦਸਤ ਵਿਰੋਧ। ਬਿਹਾਰ ਸਣੇ ਵੱਖ-ਵੱਖ ਸੂਬਿਆਂ 'ਚ ਹੋਏ ਹਿੰਸਕ ਪ੍ਰਦਰਸ਼ਨ। ਕਈ ਥਾਵਾਂ ਤੇ ਅਗਜ਼ਨੀ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਨਾਲ ਜੁੜੇ ਕੇਸ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ, ਜਿਸ ਤੋਂ ਬਾਅਦ ਦਿੱਲੀ ਕੋਰਟ ਵੱਲੋਂ ਜਾਰੀ ਟ੍ਰਾਂਜ਼ਿਟ ਰਿਮਾਂਡ ਮਗਰੋਂ ਪੰਜਾਬ ਪੁਲਿਸ ਸਖਤ ਸੁਰੱਖਿਆ ਪ੍ਰਬੰਧ ਹੇਠ ਬਿਸ਼ਨੋਈ ਨੂੰ ਮਾਨਸਾ ਲੈ ਕੇ ਆਈ ਅਤੇ ਤੜਕੇ 4 ਵਜੇ ਅਦਾਲਤ ਖੁਲਵਾਈ ਗਈ ਅਤੇ 22 ਜੂਨ ਤੱਕ ਉਸ ਨੂੰ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੇ ਵਿੱਚ 4 ਹੋਰ ਸ਼ੂਟਰਾਂ ਦੀ ਪਛਾਣ ਵੀ ਕੀਤੀ ਗਈ ਹੈ ਅਤੇ ਹੌਲੀ-ਹੌਲੀ ਉਹਨਾਂ ਕੋਲੋਂ ਕਈ ਖੁਲਾਸੇ ਹੋਣ ਦੀ ਉਮੀਦ ਹੈ। ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੇ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੇ ਫੈਨਸ ਨੂੰ ਹਿਲਾ ਕੇ ਰੱਖ ਦਿੱਤਾ। ਅਮਰੀਕਾ 'ਚ ਸਿੱਧੂ ਮੂਸੇਵਾਲਾ ਦੇ 29ਵੇਂ ਜਨਮ ਦਿਨ ਤੇ ਉਹਨਾਂ ਦੇ ਫੈਨਸ ਟਾਈਮ ਸਕੁਆਇਰ ਤੇ ਇਕੱਠੇ ਹੋਏ ਤੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਮਰਹੂਮ ਪੰਜਾਬੀ ਗਾਇਕ ਦੇ ਵੀਡੀਓ ਅਤੇ ਗੀਤ ਨਿਊਯਾਰਕ ਸਿਟੀ ਦੇ ਟਾਈਮ ਸਕੁਆਇਰ ਸਥਿਤ ਨੈਸਡੈਕ ਮਾਰਕੀਟ ਸਾਈਟ ਦੇ ਦਫ਼ਤਰ ਦੇ ਬਾਹਰ ਸੋਸ਼ਲ ਮੀਡੀਆ ਤੇ ਚਲਾਏ ਗਏ। ਉਧਰ ਬਰਨਾ ਬॉय ਤੋਂ ਬਾਅਦ ਹੁਣ ਕੋਰੀਆ ਤੋਂ ਇੱਕ ਨੌਜਵਾਨ ਦਾ ਵੀਡੀਓ ਸਾਹਮਣੇ ਆਇਆ ਹੈ ਜਿਸ ਨੇ ਮੂਸੇਵਾਲੇ ਦਾ 295 ਗਾਣਾ ਗਾ ਕੇ ਸ਼ਰਧਾਂਜਲੀ ਦਿੱਤੀ ਹੈ। ਇਸ ਨੌਜਵਾਨ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। Tas put terra het taun casto changa pala hasta simon casto a chere der baje pitch board cheki korea me chengi tora chan da ya kon casto। ਦੁਨੀਆ ਦੇ ਵੱਖ-ਵੱਖ ਦੇਸ਼ ਇਸ ਵੇਲੇ ਮਹਿੰਗਾਈ ਦੀ ਮਾਰ ਚੱਲ ਰਹੇ ਨੇ। ਅਮਰੀਕਾ 'ਚ ਫੈਡਰਲ ਰਿਜ਼ਰਵ ਨੇ ਪਿਛਲੇ 30 ਸਾਲਾਂ ਦਾ ਵਿਆਜ ਦਰਾਂ ਦਾ ਸਭ ਤੋਂ ਵੱਡਾ ਵਾਧਾ ਕੀਤਾ ਹੈ। ਵੱਧ ਰਹੀ ਮਹਿੰਗਾਈ ਨੂੰ ਰੋਕਣ ਲਈ ਕਰਜ਼ ਉਤੇ 0.75% ਅੰਕਾਂ ਦਾ ਵਾਧਾ ਕੀਤਾ ਗਿਆ ਹੈ। ਕੈਨੇਡਾ ਦੇ ਵਿੱਚ ਵੀ ਵਿਆਜ ਦਰਾਂ ਵਧਣ ਦੇ ਨਾਲ ਮਹਿੰਗਾਈ ਵੱਧਦੀ ਜਾ ਰਹੀ ਹੈ ਤੇ ਗੈਸ ਸਣੇ ਸਾਰੀਆਂ ਚੀਜ਼ਾਂ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਨੇ। ਇਹਨਾਂ ਮੁਲਕਾਂ ਦੇ ਵੱਲੋਂ ਮਹਿੰਗਾਈ ਦਾ ਵੱਡਾ ਕਾਰਨ ਪਹਿਲਾਂ ਕੋਵਿਡ ਅਤੇ ਹੁਣ ਯੂਕਰੇਨ ਅਤੇ ਰੂਸ ਦੀ ਜੰਗ ਨੂੰ ਦੱਸਿਆ ਜਾ ਰਿਹਾ ਹੈ। ਤੇ ਉਧਰ ਪੈਸੇ ਦੀ ਘਾਟ ਦੇ ਨਾਲ ਜੂਝ ਰਹੇ ਪਾਕਿਸਤਾਨ ਨੇ ਤੇਜ਼ੀ ਦੇ ਨਾਲ ਘਟ ਰਹੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਬਚਾਉਣ ਦੇ ਲਈ ਦੇਸ਼ ਵਾਸੀਆਂ ਨੂੰ ਘੱਟ ਚਾਹ ਪੀਣ ਦੀ ਅਪੀਲ ਕੀਤੀ ਹੈ ਤਾਂ ਜੋ ਚਾਹ ਦੀ ਦਰਾਮਦ ਘਟਾਈ ਜਾ ਸਕੇ। ਜੀ ਹਾਂ, ਪਾਕਿਸਤਾਨ ਦੇ ਯੋਜਨਾ ਮੰਤਰੀ ਅਹਿਸਾਨ ਇਕਬਾਲ ਮੁਤਾਬਕ ਪਾਕਿਸਤਾਨ ਦੁਨੀਆ ਭਰ ਦੇ ਵਿੱਚ ਚਾਹ ਦਾ ਸਭ ਤੋਂ ਵੱਡਾ ਦਰਾਮਦਕਾਰ ਦੇਸ਼ ਹੈ ਅਤੇ ਹੁਣ ਉਸ ਨੂੰ ਚਾਹ ਦੀ ਦਰਾਮਦ ਲਈ ਕਰਜ਼ਾ ਲੈਣਾ ਪੈ ਰਿਹਾ ਹੈ। ਇਸ ਲਈ ਮੈਂ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਚਾਹ ਦੀ ਖਪਤ 1 ਤੋਂ 2 ਕੱਪ ਘੱਟ ਕੀਤੀ ਜਾਵੇ ਕਿਉਂਕਿ ਸਾਨੂੰ ਕਰਜ਼ਾ ਲੈ ਕੇ ਚਾਹ ਦੀ ਦਰਾਮਦ ਕਰਨੀ ਪੈ ਰਹੀ ਹੈ। मैं ये भी कौम से अपील करूंगा कि हम चाय की एक प्याली 2 प्यालियां कम कर दें, क्योंकि जो चाय हम इंपोर्ट करते हैं वो भी हम उधार लेकर इंपोर्ट करते हैं। ਕੈਨੇਡਾ ਦੀ ਫੈਡਰਲ ਸਰਕਾਰ ਨੇ ਕੋਵਿਡ ਨਿਯਮਾਂ ਨੂੰ ਹੋਰ ਸੁਖਾਲਾ ਕਰਦਿਆਂ ਡੋਮੈਸਟਿਕ ਫਲਾਈਟ ਸਣੇ ਰੇਲਾਂ ਦੇ ਵਿੱਚ ਲਾਜ਼ਮੀ ਵੈਕਸੀਨੇਸ਼ਨ ਦੀ ਸ਼ਰਤ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ ਤੇ ਨਾਲ ਹੀ ਫੈਡਰਲ ਮੁਲਾਜ਼ਮਾਂ ਅਤੇ ਫੈਡਰਲ ਸਰਕਾਰ ਦੇ ਦਾਇਰੇ ਵਿੱਚ ਆਉਂਦੇ ਟਰਾਂਸਪੋਰਟੇਸ਼ਨ ਵਰਕਰਾਂ ਦੇ ਲਈ ਵੀ ਵੈਕਸੀਨੇਟ ਹੋਣ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ, ਵੈਕਸੀਨ ਨਾ ਲਗਵਾਉਣ ਕਰਕੇ ਛੁੱਟੀ ਤੇ ਭੇਜੇ ਗਏ ਵਰਕਰਾਂ ਨੂੰ ਵੀ ਕੰਮ ਤੇ ਵਾਪਸ ਬੁਲਾਇਆ ਜਾਵੇਗਾ। 20 ਜੂਨ ਤੋਂ ਇਹ ਆਦੇਸ਼ ਲਾਗੂ ਹੋਣਗੇ। And I'm pleased to announce that on June 20th, our government will suspend the requirement to be vaccinated in order to board a plane or train in Canada. Employers in the federally regulated transportation sector will also no longer need to have vaccination requirement for their employees. All travelers entering Canada must continue to follow all entry requirements, including vaccination and using ArriveCan.
ਭਾਰਤੀ ਰੱਖਿਆ ਫੋਰਸ ਵਿੱਚ ਸ਼ਾਮਲ ਹੋਣ ਲਈ ਸਰਕਾਰ ਵੱਲੋਂ ਲਿਆਂਦੀ ਗਈ ਅਗਨੀਪਥ ਸਕੀਮ ਦਾ ਤੱਖਾ ਵਿਰੋਧ ਹੋ ਰਿਹਾ ਹੈ। ਇਸ ਯੋਜਨਾ ਦੇ ਤਹਿਤ ਫੌਜ ਵਿੱਚ ਨੌਜਵਾਨਾਂ ਨੂੰ 4 ਸਾਲ ਦੇ ਲਈ ਡਿਫੈਂਸ ਫੋਰਸ 'ਚ ਸੇਵਾ ਨਿਭਾਉਣੀ ਪਵੇਗੀ ਤੇ ਬਾਅਦ ਵਿੱਚ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਜਾਵੇਗਾ। ਇਸ ਦੇ ਖਿਲਾਫ ਦੇਸ਼ ਭਰ ਦੇ ਕਈ ਸੂਬਿਆਂ ਦੇ ਵਿੱਚ ਹਿੰਸਕ ਪ੍ਰਦਰਸ਼ਨ ਹੋਏ। ਖਾਸ ਤੌਰ ਤੇ ਬਿਹਾਰ ਦੇ ਵਿੱਚ ਇਸ ਦਾ ਸਭ ਤੋਂ ਜ਼ਿਆਦਾ ਵਿਰੋਧ ਹੋਇਆ। ਬਿਹਾਰ 'ਚ ਪ੍ਰਦਰਸ਼ਨਕਾਰੀਆਂ ਵੱਲੋਂ ਪਥਰਾਅ ਕੀਤਾ ਗਿਆ ਤੇ ਟ੍ਰੇਨ ਨੂੰ ਅੱਗ ਲਗਾ ਦਿੱਤੀ ਗਈ। ਇਸ ਤੋਂ ਇਲਾਵਾ ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ ਅਤੇ ਉੱਤਰਾਖੰਡ ਵਿੱਚ ਵੀ ਇਸ ਸਕੀਮ ਦੇ ਵਿਰੋਧ ਵਿੱਚ ਲੋਕ ਸੜਕਾਂ ਤੇ ਉਤਰ ਆਏ। ਅਤੇ ਕੋਰੋਨਾ ਮਹਾਮਾਰੀ ਕਾਰਨ ਚੀਨ ਦੇ ਵਿੱਚ ਇੱਕ ਵਾਰ ਫਿਰ ਤੋਂ ਦਹਿਸ਼ਤ ਦਾ ਮਾਹੌਲ ਹੈ। ਰਾਜਧਾਨੀ ਬੀਜਿੰਗ ਦੇ ਵਿੱਚ ਕੋਰੋਨਾ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੜਕੰਪ ਮਚ ਗਿਆ ਹੈ।建立步行15分钟核酸采样圈。 ਇੱਥੇ ਕੋਵਿਡ-19 ਦੇ ਵਿਸਫੋਟਕ ਪ੍ਰਕੋਪ ਦੀ ਸਥਿਤੀ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ। ਸਰਕਾਰੀ ਸਿਹਤ ਵਿਭਾਗ ਨਾਲ ਜੁੜੇ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਰਾਜਧਾਨੀ ਬੀਜਿੰਗ ਦੇ ਵਿੱਚ ਕੋਰੋਨਾ ਤੇਜ਼ੀ ਦੇ ਨਾਲ ਫੈਲ ਰਿਹਾ ਹੈ। ਸਿਹਤ ਮੰਤਰਾਲੇ ਨੇ ਬੀਜਿੰਗ ਦੇ ਵਿੱਚ ਕੋਰੋਨਾ ਵਿਸਫੋਟ ਦੇ ਕਾਰਨ ਲੋਕਾਂ ਨੂੰ ਚੇਤਾਵਨੀ ਵੀ ਜਾਰੀ ਕੀਤੀ ਹੈ। ਤੇ ਫਿਲਹਾਲ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਤੇ ਆਓ ਹੁਣ ਇੱਕ ਹੋਰ ਗੀਤ ਸੁਣਦੇ ਹਾਂ ਪੰਜਾਬ ਦੇ ਇੱਕ ਲਿਵਿੰਗ ਲੈਜੈਂਡ ਦੀ ਵਿਲੱਖਣ ਆਵਾਜ਼ ਦੇ ਵਿੱਚ। ਪੰਜਾਬ ਦੀ ਧਰਤੀ ਤੋਂ ਕਈ ਗਾਇਕ ਲੈਜੈਂਡ ਬਣੇ ਜਿਨ੍ਹਾਂ ਬਾਲੀਵੁੱਡ ਦੇ ਵਿੱਚ ਵੀ ਜ਼ਿੰਦਗੀ ਭਰ ਆਪਣੀ ਧਾਕ ਜਮਾਈ ਰੱਖੀ। ਮੁਹੰਮਦ ਰਫੀ ਸਾਹਿਬ, ਸ਼ਮਸ਼ਾਦ ਬੇਗਮ, ਮਹਿੰਦਰ ਕਪੂਰ ਸਭ ਵਿਲੱਖਣ ਆਵਾਜ਼ ਦੇ ਮਾਲਕ ਸਨ। ਮੌਜੂਦਾ ਗਾਇਕਾਂ ਦੇ ਵਿੱਚੋਂ ਸੁਖਵਿੰਦਰ ਸਿੰਘ ਵੀ ਵਿਲੱਖਣ ਆਵਾਜ਼ ਦੇ ਮਾਲਕ ਹਨ ਤੇ ਲਿਵਿੰਗ ਲੈਜੈਂਡ ਹਨ। ਪ੍ਰੋਗਰਾਮ ਦਾ ਅਗਲਾ ਗੀਤ ਸੁਖਵਿੰਦਰ ਸਿੰਘ ਤੋਂ ਹੀ ਸੁਣਦੇ ਹਾਂ। ਬੇਪਰਵਾਹ ਮਾਸ਼ੂਕ ਦੇ ਦਿਲ ਵਿੱਚ ਤਰਸ ਜ਼ਰਾ ਨਾ ਆਇਆ, ਫੜ ਕੇ ਛੁਰੀ ਇਸ਼ਕ ਦੀ ਹੱਥ ਵਿੱਚ ਜ਼ਬਾ ਆਸ਼ਿਕ ਨੂੰ ਕਰਵਾਇਆ, ਹੱਡੀ ਪਸਲੀ ਸੀਨਾ ਉਹਦਾ ਉਹਨੇ ਹੱਟੋ ਹੱਟ ਬਕਾਇਆ, ਪਰ ਰਹਿ ਗਿਆ ਸੀ ਇੱਕ ਦਿਲ ਆਸ਼ਿਕ ਦਾ, ਉਹ ਵੀ ਚੱਕ ਤੱਕੜੀ ਵਿੱਚ ਪਾਇਆ। ਆਖਿਰ ਆਸ਼ਿਕ ਦੇ ਦਿਲ ਵਿੱਚੋਂ ਇਹੋ ਆਵਾਜ਼ ਆਇਆ, ਗਲੀ ਦੇ ਵਿੱਚੋਂ ਕੋੜ ਲੱਗਿਆ, ਨੀ ਕਿਤੇ ਹੋਈ ਨਾ ਹੋਵੇ ਨੀ ਜਿਹਦਾ ਸ਼ੱਕ ਨੀ, ਮੇਰੀ ਖੁੱਲ ਗਈ ਪਟਕ ਦੇਣੀ ਅੱਖ ਨੀ, ਗਲੀ ਦੇ ਵਿੱਚੋਂ ਕੌਣ ਲੰਘਿਆ, ਗਲੀ ਦੇ ਵਿੱਚੋਂ ਕੌਣ ਲੰਘਿਆ, ਕਿਤੇ ਹੋਈ ਨਾ ਹੋਵੇ ਨੀ, ਕਿਤੇ ਹੋਈ ਨਾ ਹੋਵੇ ਨੀ ਜਿਹਦਾ ਸ਼ੱਕ ਨੀ, ਗਲੀ ਦੇ ਵਿੱਚੋਂ ਕੌਣ ਲੰਘਿਆ, ਗਲੀ ਦੇ ਵਿੱਚੋਂ ਕੌਣ ਲੰਘਿਆ, ਮੇਰੀ ਖੁੱਲ ਗਈ ਪਟਕ ਦੇਣੀ ਅੱਖ ਨੀ, ਗਲੀ ਦੇ ਵਿੱਚੋਂ ਕੌਣ ਲੰਘਿਆ, ਗਲੀ ਦੇ ਵਿੱਚੋਂ ਕੌਣ ਲੰਘਿਆ ਵੇ ਹਾਏ, ਗਲੀ ਦੇ ਵਿੱਚੋਂ ਕੌਣ ਲੰਘਿਆ। ਅੱਗੇ ਲੰਘਦਾ ਜਹਾਨ ਇੱਥੋਂ ਲੱਖ ਨੀ, ਕਦੇ ਪੱਟ ਕਿਹੜਾ ਵੇਖੀ ਅਸਾਂ ਅੱਖ ਨੀ, ਅੱਗੇ ਲੰਘਦਾ ਜਹਾਨ ਇੱਥੋਂ ਲੱਖ ਨੀ, ਕਦੇ ਪੱਟ ਕਿਹੜਾ ਵੇਖੀ ਅਸਾਂ ਅੱਖ ਨੀ, ਉਹਦੀ ਅੱਡੀ ਵੱਜੇ, ਉਹਦੀ ਅੱਡੀ ਵੱਜੇ ਸੀਨੇ ਠੱਕ ਠੱਕ ਨੀ, ਗਲੀ ਦੇ ਵਿੱਚੋਂ ਕੌਣ ਲੰਘਿਆ, ਗਲੀ ਦੇ ਵਿੱਚੋਂ ਕੌਣ ਲੰਘਿਆ, ਕਿਤੇ ਹੋਈ ਨਾ ਹੋਵੇ ਨੀ ਜਿਹਦਾ ਸ਼ੱਕ ਨੀ, ਗਲੀ ਦੇ ਵਿੱਚੋਂ ਕੌਣ ਲੰਘਿਆ,
ਗਲੀ ਦੇ ਵਿੱਚ ਕੌਣ ਲੰਘਿਆ कौन वैद आया रूह मेरी हल पई लोको नब्ज मेरी हौली 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 चल पई लोको नब्ज मेरी हौली 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 चल पई है चल पई है चल पई हो कौन वैद आया रूह मेरी हट पई हो लोको नब्ज मेरी हौली हौली चल पई मेरी लाश ने भी हो मेरी लाश ने भी पट लई अखनी गली दे विच कौन लंघिया गली दे विचों कौन लंघिया किते होई ना होवे नी जिदा शक नी गली दे विच कौन लंघिया गली दे विच कौन लंघिया अज बोलदा बनेरे उत्ते कागनी अज बोलदा बनेरे उत्ते कागनी शायद आया है जगोन साडे पागनी शायद आया है जगोन साडे पागनी बूहा खोल ओ बूहा खोल चाती मारा चिक चकनी गली दे विच कौन लंघिया गली दे विच कौन लंघिया किते होई ना होवे जिदा शक नी गली दे विच कौन लंघिया है गली दे विच कौन लंघिया ओ मेरी खुल की पटक दिनी अखनी गली दे विच कौन लंघिया हाय गली दे विच कौन लंघिया लंघिया गली दे विच कौन लंघिया लंघिया वे गली दे विच गली दे विच गली दे विच कौन लंघिया ਤਕਰੀਬਨ 27-28 ਸਾਲਾਂ ਤੋਂ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਵਿੱਚ ਪੰਜਾਬੀ ਬੋਲੀ, ਪੰਜਾਬੀ ਸੱਭਿਆਚਾਰ ਦੀ, ਪੰਜਾਬ ਦੀਆਂ ਕਦਰਾਂ ਕੀਮਤਾਂ ਦੀ, ਪੰਜਾਬੀ ਵਿਰਸੇ ਦੀ, ਇਤਿਹਾਸ ਦੀ ਗੱਲ ਕਰਦੇ ਆ ਰਹੇ ਹਾਂ, ਹੋਕਾ ਦਿੰਦੇ ਆ ਰਹੇ ਹਾਂ। ਪੰਜਾਬ ਨੂੰ ਭਾਰਤ ਦੀ ਮੁੰਦਰੀ ਦੇ ਵਿੱਚ ਨਗ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ, ਪਰ ਇਸ ਦੀ ਵਿਲੱਖਣਤਾ ਕਈਆਂ ਦੀਆਂ ਅੱਖਾਂ ਦੇ ਵਿੱਚ ਰੜਕ ਰਹੀ ਹੈ। ਭਾਵੇਂ ਪੰਜਾਬ ਅੱਜ ਵੀ ਤਰੱਕੀਆਂ ਦੀਆਂ ਰਾਹਾਂ ਤੇ ਹੈ, ਪਰ ਦੋਖੀ ਇਸ ਦੀ ਬੋਲੀ, ਸੱਭਿਆਚਾਰ ਅਤੇ ਕਦਰਾਂ ਕੀਮਤਾਂ ਨੂੰ ਖਤਮ ਕਰਕੇ ਇਸ ਨੂੰ ਖੋਖਲਾ ਕਰਕੇ ਗੁਲਾਮ ਬਣਾਉਣਾ ਚਾਹੁੰਦੇ ਹਨ। ਸਾਡੀ ਸੋਚ ਨੂੰ ਬਦਲ ਕੇ ਸਾਨੂੰ ਅਖੌਤੀ ਮਾਡਰਨ ਬਣਾਇਆ ਜਾ ਰਿਹਾ ਹੈ। ਅਸੀਂ ਅਣਭੋਲ ਆਪਣੀ ਬੋਲੀ ਨੂੰ ਹਿੰਦੀ, ਅੰਗਰੇਜ਼ੀ ਦੇ ਵਿੱਚ ਰਲਗੱਡ ਕਰਕੇ ਆਪਣੇ ਕੀਮਤੀ ਸ਼ਬਦ ਗਵਾ ਰਹੇ ਹਾਂ। ਐਸੇ ਲਫ਼ਜ਼ ਜਿਨ੍ਹਾਂ ਦਾ ਬਦਲ ਅੰਗਰੇਜ਼ੀ ਜਾਂ ਫਿਰ ਦੂਜੀਆਂ ਬੋਲੀਆਂ ਦੇ ਵਿੱਚ ਹੈ ਹੀ ਨਹੀਂ। ਪੰਜਾਬੀ ਬੋਲੀ ਬਹੁਤ ਅਮੀਰ ਬੋਲੀ ਹੈ। ਸਾਡੇ ਕੋਲ ਐਸੇ ਲਫ਼ਜ਼ ਜਾਂ ਸ਼ਬਦ ਹਨ ਜਿਨ੍ਹਾਂ ਦੀ ਵਿਆਖਿਆ ਦੀ ਲੋੜ ਨਹੀਂ ਪੈਂਦੀ। ਰਿਸ਼ਤਿਆਂ ਦੀ ਹੀ ਗੱਲ ਕਰ ਲਓ, ਅੰਗਰੇਜ਼ੀ ਵਿੱਚ ਅੰਕਲ, ਆਂਟੀ, ਕਜ਼ਨਸ ਕਹਿ ਕੇ ਗੱਲ ਮੁਕਾ ਦਿੱਤੀ ਜਾਂਦੀ ਹੈ, ਪਰ ਅੰਕਲ ਚਾਚਾ ਹੈ ਜਾਂ ਤਾਇਆ ਹੈ, ਮਾਮਾ ਹੈ ਜਾਂ ਫੁੱਫੜ ਹੈ ਜਾਂ ਕੋਈ ਹੋਰ। ਪਰ ਪੰਜਾਬੀ 'ਚ ਤਾਂ ਪਤਾ ਹੀ ਹੈ ਕਿ ਕੌਣ ਕਿਹਦਾ ਕੀ ਲੱਗਦਾ ਹੈ। ਪੰਜਾਬੀ 'ਚ ਰਿਸ਼ਤਿਆਂ ਦੇ ਕੋਈ 5, 10 ਜਾਂ 14, 15 ਨਾਂ ਨਹੀਂ ਹਨ, ਬਲਕਿ ਦਰਜਨਾਂ ਹੀ ਰਿਸ਼ਤਿਆਂ ਦੇ ਨਾਂ ਹਨ। ਆਓ ਇਹ ਵਡਮੁੱਲੀ ਜਾਣਕਾਰੀ ਪੇਸ਼ ਕਰਦੇ ਹਾਂ ਦੇਸ਼ ਪ੍ਰਦੇਸ਼ ਟੀਵੀ ਦੇ ਅਗਲੇ ਸੈਗਮੈਂਟ ਦੇ ਵਿੱਚ। ਅਕਸਰ ਅਸੀਂ ਇਹ ਸ਼ਿਕਾਇਤ ਕਰਦੇ ਹਾਂ ਕਿ ਚਾਚਾ ਚਾਚੀ, ਤਾਇਆ ਤਾਈ, ਮਾਮਾ ਮਾਮੀ, ਸਾਡੇ ਇਹ ਰਿਸ਼ਤੇ ਸਿਰਫ ਅੰਕਲ ਆਂਟੀ ਬਣ ਕੇ ਰਹਿ ਗਏ। ਪਰ ਗੱਲ ਸਿਰਫ ਇੰਨੀ ਨਹੀਂ ਹੈ।
ਪੰਜਾਬ ਦੇ ਜੋ ਰਵਾਇਤੀ ਰਿਸ਼ਤਿਆਂ ਦੇ ਨਾਂ ਨੇ ਉਹਨਾਂ ਦੀ ਅਸਲ ਲਿਸਟ ਸੂਚੀ ਬਹੁਤ ਲੰਬੀ ਹੈ ਤੇ ਉਹਨਾਂ ਦਾ ਇੱਕ ਸਿਸਟਮ ਸੀ। ਜਾਂ ਤਾਂ ਉਹ ਸਾਨੂੰ ਭੁੱਲ ਗਏ ਨੇ ਜਾਂ ਬਹੁਤ ਸਾਰੇ ਨਾਂ ਸ਼ਬਦ ਇਹੋ ਜਿਹੇ ਨੇ ਜਿਹੜੇ ਅਸੀਂ ਵਰਤਦੇ ਹਾਂ ਪਰ ਉਹਨਾਂ ਦਾ ਅਸਲੀ ਮਤਲਬ ਸਾਨੂੰ ਨਹੀਂ ਪਤਾ। ਸੋ ਪੰਜਾਬ ਦੇ ਰਿਸ਼ਤਿਆਂ ਦੀ ਇਹ ਜੋ ਵਿਆਕਰਣ ਅਸੀਂ ਕਹਿ ਸਕਦੇ ਹਾਂ, ਇਹਦੇ ਬਾਰੇ ਅੱਜ ਅਸੀਂ ਗੱਲਬਾਤ ਕਰਨੀ ਹੈ ਤੇ ਅਸੀਂ ਜਿਨ੍ਹਾਂ ਨਾਲ ਗੱਲਬਾਤ ਕਰਨੀ ਹੈ ਉਹ ਬਹੁਤ ਲੰਬੇ ਚੌੜੇ ਅਨੁਭਵ ਵਾਲੀ ਸ਼ਖਸੀਅਤ ਹੈ। ਪੰਜਾਬੀ ਦੇ ਨਾਮੀ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਸਾਡੇ ਨਾਲ ਨੇ। ਪ੍ਰਿੰਸੀਪਲ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਸ਼ੁਕਰੀਆ ਜੀ, ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰਿੰਸੀਪਲ ਸਾਹਿਬ, ਜਿਹੜਾ ਨਾਮਕਰਨ ਸੀ ਰਿਸ਼ਤਿਆਂ ਦਾ, ਉਹਦਾ ਕੀ ਸਿਸਟਮ ਕੀ ਹੁੰਦਾ ਸੀ ਉਹਦੀ, ਜਾਂ ਕਹਿ ਲਈਏ ਵੀ ਵਿਆਕਰਣ ਕੀ ਹੁੰਦੀ ਸੀ? ਸ਼ਮੀਲ ਜੀ, ਇਹ ਜਿਹੜੀ ਰਿਸ਼ਤੇਦਾਰੀ ਦੀ ਵਰਣਮਾਲਾ, ਇਹਦਾ ਜਿਹੜਾ ਸਿਸਟਮ ਹੈ ਇਹ ਪੰਜਾਬੀ ਦੇ ਵਿੱਚ ਕਾਫੀ ਵਿਸਥਾਰ ਵਾਲਾ ਰਿਹਾ। ਸਮੇਂ ਦੇ ਨਾਲ ਆਹਿਸਤਾ ਆਹਿਸਤਾ ਉਹ ਜਿਹੜੇ ਰਿਸ਼ਤੇ ਨਾਤੇ, ਉਹ ਅਸੀਂ ਜਿਹੜੇ ਨਾਂ ਰੱਖੇ ਹੋਏ ਸੀਗੇ, ਜਿਹੜੇ ਪਹਿਲਾਂ ਬਹੁਤ ਵੱਡੀ ਤਾਦਾਦ ਦੇ ਦਰਜਨਾਂ ਦੀ ਤਾਦਾਦ ਦੇ ਵਿੱਚ ਸੀਗੇ, ਉਹ ਸੁੰਗੜਦੇ ਹੁਣ ਉਂਗਲਾਂ 'ਤੇ ਗਿਣੇ ਜਾਣ ਜੋਗੇ ਰਹਿ ਗਏ ਆ। ਵੈਸੇ ਜਿਹੜਾ ਰਿਸ਼ਤਿਆਂ ਦਾ ਮੁੱਢ ਹੈ ਇਹ ਮਾਂ ਤੋਂ ਸ਼ੁਰੂ ਹੁੰਦਾ। ਹਾਂਜੀ, ਮਾਂ ਤੋਂ ਬੱਚੇ ਦੇ ਜਨਮ ਲੈਣ ਦੇ ਨਾਲ ਫਿਰ ਇਹ ਰਿਸ਼ਤੇ ਗਾਂਹ ਵਧਣੇ ਸ਼ੁਰੂ ਹੋ ਜਾਂਦੇ ਆ। ਰਿਸ਼ਤੇ ਬਣਨ ਵਾਸਤੇ ਪਤੀ ਪਤਨੀ ਦਾ ਜੋੜ ਮੇਲ, ਔਰ ਉਸ ਤੋਂ ਬਾਅਦ ਉਹਦੇ ਪੁੱਤ ਧੀ ਜੰਮਣੇ, ਬੱਚੇ ਜੰਮਣੇ, ਉਹਦੇ ਨਾਲ ਉਹ ਮਾਪੇ ਬਣ ਜਾਂਦੇ ਆ, ਮਾਤਾ ਪਿਤਾ ਬਣ ਜਾਂਦੇ ਆ। ਤੇ ਧੁਰਾ ਹੈਗਾ ਇੱਕ ਕਪਲ, ਇੱਕ ਜੋੜਾ ਕਪਲ ਹੈਗਾ, ਔਰ ਰਿਸ਼ਤਿਆਂ ਦੀ ਜਨਮਦਾਤੀ ਮਾਂ ਹੈਗੀ ਆ। ਤੋ ਉਹਦੇ ਨਾਲ ਫਿਰ ਕੁਝ ਖੂਨ ਦੇ ਰਿਸ਼ਤੇ ਹੁੰਦੇ ਨੇ, ਜਿਵੇਂ ਭੈਣ ਭਰਾ ਦੇ ਕੁੱਖੋਂ ਜੰਮੇ ਹੋਏ, ਭੈਣਾਂ ਵੀ ਹੋ ਸਕਦੀਆਂ, ਭਰਾ ਵੀ ਹੋ ਸਕਦੇ ਨੇ। ਉਹਨਾਂ ਨੂੰ ਅਸੀਂ ਕਹਿੰਦੇ ਆ ਕਿ ਜਿਹੜਾ ਮਾਂ ਬਾਪ, ਧੀ ਪੁੱਤ, ਭੈਣ ਭਰਾ, ਇਹ ਖੂਨ ਦੇ ਰਿਸ਼ਤੇ ਨੇ। ਫਿਰ ਉਸ ਤੋਂ ਬਾਅਦ ਕੁਝ ਰਿਸ਼ਤੇ ਐਸੇ ਹੁੰਦੇ ਆ ਜਿਹੜੇ ਵਿਆਹ ਦੇ ਨਾਲ ਗਾਂਹ ਵੱਧਦੇ ਆ, ਜਿਹੜੇ ਦੂਜੀ ਸਾਈਡ ਤੋਂ ਆਏ ਨੇ, ਦੂਜੀ ਸਾਈਡ ਤੋਂ ਆਏ ਨੇ ਜਿਹੜੇ। ਹਾਂ, ਦਾਦਕੇ ਤੋਂ ਗਾਂਹ ਨਾਨਕਿਆਂ ਦੇ ਰਿਸ਼ਤੇ ਬਣਦੇ ਆ, ਜਾਂ ਨਾਨਕਿਆਂ ਤੋਂ ਦਾਦਕਿਆਂ ਦੇ ਬਣਦੇ ਆ। ਤੋ ਉਹ ਰਿਸ਼ਤਿਆਂ ਦੇ ਵਿੱਚ ਵੀ ਫਿਰ ਉਸ ਤਰ੍ਹਾਂ ਹੀ ਉੱਧਰ ਵੀ ਭੈਣਾਂ ਨੇ, ਭਰਾ ਨੇ, ਉੱਧਰ ਵੀ ਉਹਨਾਂ ਦੇ ਮਾਂ ਬਾਪ, ਚਾਚੇ ਤਾਏ, ਮਾਮੇ ਮਾਮੀਆਂ, ਭੂਆ ਫੁੱਫੜ, ਉਹ ਸਾਰੇ ਹੁੰਦੇ ਨੇ ਦੋਹੀਂ ਪਾਸੇ। ਫਿਰ ਉਹਨਾਂ ਦੋਨਾਂ ਪਾਸਿਆਂ ਦੇ ਰਿਸ਼ਤਿਆਂ ਦੇ ਨਾਂ ਜਿਹੜੇ ਹੈਗੇ ਆ, ਕੁਝ ਸਾਂਝੇ ਰਹਿੰਦੇ ਆ, ਕੁਝ ਬਦਲ ਜਾਂਦੇ ਆ। ਹਾਂ, ਉਹ ਸਾਨੂੰ ਹੁਣ ਐਕਸਪਲੇਨ ਕਰੋ ਵੀ ਉਹ ਕਿਵੇਂ ਹੁੰਦੇ ਨੇ। ਇੱਕ ਪਾਸੇ ਖੂਨ ਵਾਲੀ ਸਾਈਡ, ਇੱਕ ਜਿਹੜੇ ਤੁਹਾਡੇ ਆਪਣੀ ਸਾਈਡ, ਦੂਜਾ ਤੁਹਾਡੇ ਪਾਰਟਨਰ ਦੀ ਸਾਈਡ। ਦੇਖੋ, ਜਿਹੜਾ ਤਾਂ ਪਤੀ ਹੈ, ਜਿਹੜਾ ਉਹਦਾ ਭਰਾ ਹੀ ਆ, ਪਰ ਉਹਦੀ ਪਤਨੀ ਦਾ ਭਰਾ ਉਹਦਾ ਭਰਾ ਨਹੀਂ ਹੁੰਦਾ, ਉਹ ਸਾਲਾ ਗਿਣਿਆ ਜਾਂਦਾ। ਉਹ ਇਸ ਤਰੀਕੇ ਦੇ ਨਾਲ ਹੀ ਉਹਦੀ ਜਿਹੜੀ ਭੈਣ ਆ ਉਹ ਸਾਲੀ, ਜਿਹੜੀ ਪਤੀ ਦੀ ਆਪਣੀ ਭੈਣ ਉਹ ਭੈਣ ਆ, ਦੂਜੇ ਪਾਸੇ ਪਤਨੀ ਦੀ ਭੈਣ ਉਹ ਸਾਲੀ। ਇਵੇਂ ਜਿਵੇਂ ਹੀ ਪਤਨੀ ਵੱਲੋਂ ਜਿਹੜੇ ਪਤੀ ਦਾ ਜਿਹੜਾ ਭਰਾ ਹੈਗਾ ਉਹ ਜਾਂ ਤੇ ਜੇਠ ਆ, ਜਾਂ ਦਿਓਰ ਆ, ਜਾਂ ਉਹ ਨਨਾਣ ਆ। ਤੋ ਇਸ ਤਰੀਕੇ ਦੇ ਨਾਲ ਦੋਹੀਂ ਪਾਸੇ ਜਿਹੜੇ ਹੈਗੇ ਨਾ ਰਿਸ਼ਤੇ, ਉਹ ਵਧਣੇ ਸ਼ੁਰੂ ਹੋ ਜਾਂਦੇ ਆ। ਮਾਂ ਤੋਂ ਲੈ ਲਓ ਤੁਸੀਂ, ਮਾਂ ਦਾ ਭਰਾ ਹੈਗਾ, ਇੱਧਰ ਜਿਹੜਾ ਪਿਓ ਦਾ ਭਰਾ ਉਹ ਤਾਂ ਚਾਚਾ ਜਾਂ ਤਾਇਆ, ਮਾਂ ਦਾ ਭਰਾ ਜਿਹੜਾ ਹੈਗਾ ਉਹ ਮਾਮਾ ਹੋ ਗਿਆ। ਅੱਛਾ, ਉਹਦੇ ਘਰ ਵਾਲੀ ਮਾਮੀ ਹੋ ਗਈ, ਔਰ ਮਾਮੇ ਦਾ ਜਿਹੜਾ ਪਿਤਾ ਹੈਗਾ ਉਹ ਬਾਬਾ ਨਹੀਂ, ਉਹ ਨਾਨਾ ਬਣ ਜਾਂਦਾ, ਔਰ ਉਹਦੀ ਪਤਨੀ ਜਿਹੜੀ ਹੈਗੀ ਆ ਉਹ ਨਾਨੀ ਬਣ ਜਾਂਦੀ ਹੈ। ਇੱਕ ਲਾਈਨ ਤਾਂ ਇੱਧਰੋਂ ਜਿਹੜੀ ਦਾਦਕਿਆਂ ਵਾਲਿਆਂ ਰਿਸ਼ਤਿਆਂ ਦੀ ਚੱਲਦੀ ਆ ਨਾ, ਉੱਪਰ ਨੂੰ, ਆਪਾਂ ਪਹਿਲਾਂ ਉੱਪਰ ਨੂੰ ਚੱਲਦੇ ਆ। ਮਾਂ ਬਾਪ, ਦਾਦਾ ਦਾਦੀ, ਪੜਦਾਦਾ ਪੜਦਾਦੀ, ਪੜਦਾਦੀ, ਉਸ ਤੋਂ ਗਾਂਹ ਫਿਰ ਪਕੜਦਾਦਾ ਪਕੜਦਾਦੀ। ਤੋ ਇਸ ਤਰੀਕੇ ਦੇ ਨਾਲ ਗਾਂਹ ਕਿੱਥੇ ਤੱਕ ਜਾਂਦੀ, ਥੋੜਾ ਜਿਹਾ ਇਹਨੂੰ ਲਿਜਾਓ ਅੱਗੇ। ਕਾਫੀ ਫਿਰ ਲਗੜਦਾਦਾ ਲਗੜਦਾਦੀ ਕਾਫੀ ਬਣ ਜਾਂਦੇ ਆ। ਇਹ ਤਾਂ ਇੰਨੀਆਂ ਪੀੜ੍ਹੀਆਂ ਦੇ ਬਣ ਜਾਂਦੇ ਆ ਨਾ। ਉੱਪਰ ਨੂੰ ਅਜੇ ਤੇ ਚੱਲੇ ਆ, ਉੱਪਰ ਨੂੰ 5-6 ਆਪਾਂ ਗਿਣ ਦਿੱਤੇ ਆ ਨਾਂ। ਮਤਲਬ ਦਾਦਾ ਪਿਤਾ ਹੋ ਗਿਆ ਪਹਿਲੇ ਨੰਬਰ ਤੇ, ਫਿਰ ਦਾਦਾ ਹੋ ਗਿਆ, ਪੜਦਾਦਾ ਹੋ ਗਿਆ, ਫਿਰ ਪੜਦਾਦੇ ਤੋਂ ਗਾਂਹ ਫਿਰ ਉਹ ਪਕੜਦਾਦਾ ਹੋ ਗਿਆ, ਨਕੜਦਾਦਾ ਹੋ ਗਿਆ, ਲਕੜਦਾਦਾ ਹੋ ਗਿਆ। ਅੱਛਾ, 5-6 ਪੀੜ੍ਹੀਆਂ ਪਿੱਛੇ ਚੱਲ ਜਾਂਦੇ। ਹੇਠਾਂ ਨੂੰ ਐਵੇਂ ਚੱਲਦੀਆਂ। ਹੇਠਾਂ ਨੂੰ ਵੀ ਪੁੱਤ ਹੋ ਗਿਆ, ਪੋਤਾ ਹੋ ਗਿਆ, ਪੜਪੋਤਾ ਹੋ ਗਿਆ, ਫਿਰ ਪਕੜਦੋਤਾ ਪਕੜਪੋਤਾ ਹੋ ਗਿਆ, ਫਿਰ ਨਕੜ ਦੋਤਾ ਹੋ ਗਿਆ, ਲਗੜ ਪੋਤਾ ਹੋ ਗਿਆ। ਅੱਛਾ, ਇਹ ਤਾਂ ਹੋ ਗਿਆ ਨਾ ਪੁੱਤ ਵੱਲੋਂ। ਧੀ ਵੱਲੋਂ ਐਵੇਂ ਚੱਲਦੇ ਆ। ਧੀ ਤੋਂ ਗਾਂ ਦੋਤਾ, ਦੋਤੇ ਤੋਂ ਗਾਂ ਫਿਰ ਉਹ ਪੜਦੋਤਾ, ਪੜਦੋਤੇ ਤੋਂ ਗਾਂ ਪਕੜਦੋਤਾ, ਨਕੜ ਦੋਤਾ, ਉਹ ਇਸੇ ਤਰੀਕੇ ਲਗੜ ਦੋਤਾ। ਉਹ ਹੇਠਾਂ ਨੂੰ ਉਵੇਂ ਚੱਲਦੇ। ਇਹ ਆਪਾਂ ਤਕਰੀਬਨ
5-6 ਪੀੜ੍ਹੀਆਂ 9 ਪੀੜ੍ਹੀਆਂ ਗਿਣਤੀਆਂ ਹੇਠਾਂ ਤੋਂ ਉੱਪਰ ਤੱਕ ਅੱਛਾ ਇਹਦੇ ਨਾਂ ਰੱਖੇ ਹੋਏ ਨੇ ਰਿਸ਼ਤਿਆਂ ਦੇ ਬਕਾਇਦਾ। ਹੁਣ ਤਾਂ ਕਈਆਂ ਨੂੰ ਇਹ ਰਿਸ਼ਤਿਆਂ ਦੇ ਜਿਹੜੇ ਨਾਂ ਉਹ ਛੱਡ ਕੇ ਪਤਾ ਹੀ ਨਹੀਂ ਹੈਗਾ ਵੀ, ਕਈਆਂ ਨੂੰ ਤਾਂ ਇੱਥੋਂ ਤੱਕ ਕਿ ਪੜਦਾਦੇ ਦਾ ਤਾਂ ਨਾਂ ਹੈ, ਨਾਂ ਤੱਕ ਨਹੀਂ ਪਤਾ, ਪੜਦਾਦਾ ਦੂਰ ਹੋ, ਕਈਆਂ ਨੂੰ ਦਾਦੇ ਦਾ ਨਾਂ ਵੀ ਭੁੱਲ ਗਿਆ ਹੋਇਆ। ਸੋ ਇਹ ਤਾਂ ਹੈਗੇ ਨੇ ਦਾਦਕਿਆਂ ਵਾਲੇ ਪਾਸਿਓਂ, ਪੈਰਲਲ ਹੀ ਚੱਲਦੇ ਆ ਮਾਂ ਵਾਲੇ ਪਾਸਿਓਂ। ਮਾਂ ਦਾ ਹੁਣ ਜਿਹੜਾ ਪਿਤਾ ਹੈਗਾ ਉਹ ਨਾਨਾ ਹੋ ਗਿਆ, ਨਾਨਾ ਫਿਰ ਉਵੇਂ ਹੀ ਪੜਨਾਨਾ, ਫਿਰ ਉਵੇਂ ਪਕੜ ਨਾਨਾ, ਉਵੇਂ ਨਕੜ ਨਾਨਾ, ਉਵੇਂ ਲਗਣ ਨਾਨਾ, ਉਵੇਂ ਉੱਪਰ ਹੀ ਨੂੰ ਚੱਲਦੇ ਉਸੇ ਤਰ੍ਹਾਂ ਫਿਰ ਨਾਨੀ, ਉਵੇਂ ਨਾਨੀ, ਪੜਨਾਨੀ, ਉਵੇਂ ਜਿਵੇਂ ਉੱਪਰ ਨੂੰ ਚੱਲਣਗੇ। ਅੱਛਾ। ਇਵੇਂ ਜਿਵੇਂ ਹੀ ਉਧਰਲੇ ਪਾਸੇ ਨੂੰ ਜਿਹੜੇ ਆਉਂਦੇ ਹੈਗੇ ਆ ਫਿਰ ਮਾਮਾ ਹੈ ਮੰਨਿਆ। ਹਾਂ ਉਹ ਮੇਰਾ ਭਰਾ ਹੋ ਗਿਆ, ਹਾਂ ਜਿਹੜਾ ਮਾਮੇ ਦਾ ਪੁੱਤ ਹੋ ਗਿਆ। ਮਾਮੇ ਦਾ ਜਿਹੜਾ ਪੁੱਤ ਹੋ ਗਿਆ ਉਹਨੂੰ ਕਹਾਂਗੇ ਮਮੇਰਾ ਭਰਾ। ਹਾਂ ਅੱਛਾ। ਉਹ ਮੇਰਾ ਭਰਾ, ਚਾਚੇ ਦਾ ਪੁੱਤ ਚਚੇਰਾ ਭਰਾ। ਹਾਂ। ਔਰ ਇਸ ਤਰੀਕੇ ਦੇ ਜਿਹੜਾ ਨਾਲ ਮਸੇਰ ਹੁੰਦਾ ਉਹ ਕੀ ਹੁੰਦਾ? ਮਾਸੀ ਦਾ ਮੁੰਡਾ, ਮਾਸੀ ਦਾ ਮੁੰਡਾ ਹੁੰਦਾ। ਅੱਛਾ। ਮਾਸੀ ਦਾ ਮੁੰਡਾ ਜਿਹੜਾ ਭਰਾ ਬਣਦਾ ਜਾਂਦਾ ਉਹ ਮਸੇਰ ਆ। ਹਾਂਜੀ। ਮਾਮੇ ਦਾ ਪੁੱਤ ਜਿਹੜਾ ਭਰਾ ਉਹ ਮਮੇਰ ਆ, ਚਾਚੇ ਦਾ ਉਹ ਚਚੇਰ ਆ। ਤੋ ਇਹਦੇ ਲਈ ਕਜ਼ਨ ਇੱਕ ਲਫ਼ਜ਼ ਆਮ ਪ੍ਰਚਲਿਤ ਆ ਅੰਗਰੇਜ਼ੀ ਦੇ ਵਿੱਚ। ਉਹ ਤਾਂ ਜਣੇ ਖਣੇ ਦਾ ਹੀ ਕਜ਼ਨ, ਸਾਰੇ ਸਾਡੇ ਕੋਲੇ ਤਾਂ ਕਜ਼ਨ ਹੀ ਕਿੰਨੇ ਕਿਸਮਾਂ ਦੇ ਕਜ਼ਨ ਨੇ। ਫੁਫੇਰਾ ਭਰਾ, ਫੁੱਫੜ ਦਾ ਪੁੱਤ ਜਿਹੜਾ ਹੈਗਾ ਉਹ ਮਾਮੇ ਦੇ ਪੁੱਤ ਨੂੰ ਵੱਖਰਾ ਨਾਂ ਉਹਦਾ, ਤੇ ਮਾਸੀ ਦੇ ਪੁੱਤ ਨੂੰ ਵੀ ਵੱਖਰਾ ਨਾਂ ਉਹਦਾ। ਉਹ ਫੁੱਫੜ ਦਾ ਤੇ ਭੂਆ ਦੇ ਜਿਹੜੇ ਪੁੱਤ ਨੇ ਧੀ ਦੇ, ਉਹ ਉਹਨਾਂ ਦੇ ਵੱਖਰੇ ਨਾਂ ਰੱਖੇ ਹੋਏ ਨੇ। ਇਹ ਫੁਫੇਰੀ ਭੈਣ ਆ, ਇਹ ਮਮੇਰੀ ਭੈਣ ਆ, ਇਹ ਚਚੇਰੀ ਭੈਣ ਆ। ਇਵੇਂ ਜਿਵੇਂ ਫੁਫੇਰਾ ਭਰਾ, ਮਮੇਰਾ ਭਰਾ, ਚਚੇਰਾ ਭਰਾ। ਤੁਸੀਂ ਹੈਰਾਨ ਹੋਵੋਗੇ ਕਿ ਵੀ ਇਸ ਤਰ੍ਹਾਂ ਦੇ ਜਿਹੜੇ ਰਿਸ਼ਤੇ ਨੇ ਨਾ, ਇੰਨੇ ਨਾਂ ਰੱਖੇ ਹੋਏ ਆ। ਮੈਂ ਤੇ ਕਈ ਵਾਰੀ ਹੈਰਾਨ ਹੁੰਨਾ ਬਈ ਸ਼ਬਦਾਵਲੀ ਜਿਹੜੀ ਜਿਵੇਂ ਹੁਣ ਜੇਠ ਜਠਾਣੀ ਹੈ ਜਾਂ ਨਣਦ ਹੈ, ਉਹਨਾਂ ਦੀ ਵੀ ਜਿਹੜੀ ਨੈਕਸਟ ਜਨਰੇਸ਼ਨ ਹੈ ਜਾਂ ਉਹਨਾਂ ਦੇ ਪਿੱਛੇ ਨੂੰ ਜਾਈਏ, ਉਹਦਾ ਉਹ ਦੇਖੋ ਨਾ, ਜਿਵੇਂ ਜਿਹੜਾ ਪਤੀ ਹੈ, ਪਤੀ ਦਾ ਵੱਡਾ ਭਰਾ ਉਹ ਜੇਠ ਹੋ ਗਿਆ ਪਤਨੀ ਦਾ। ਉਹ ਜੇਠ ਦੀ ਜਿਹੜੀ ਪਤਨੀ ਆ ਉਹ ਜਠਾਣੀ ਹੋ ਗਈ। ਜਿਹੜਾ ਪਤੀ ਦਾ ਛੋਟਾ ਭਰਾ ਉਹ ਦਿਓਰ ਆ, ਉਹ ਦਰਾਣੀ ਹੋ ਗਈ ਉਹਦੀ ਪਤਨੀ। ਅੱਛਾ, ਜਿਹੜਾ ਜੇਠ ਦਾ ਪੁੱਤਰ ਆ, ਜੇਠ ਦਾ ਪੁੱਤਰ, ਉਧਰ ਤਾਂ ਪਤੀ ਦਾ ਤਾਂ ਉਹ ਭਤੀਜਾ, ਉਹਦੇ ਭਰਾ ਦਾ ਤਾਂ ਭਤੀਜਾ। ਇੱਧਰ ਉਹ ਜਿਹੜਾ ਹੈਗਾ ਨਾ ਉਹਨੂੰ ਜਠੁੱਤ ਕਹਿੰਦੇ ਨੇ। ਜਿਹੜੀ ਆਪਣੀ ਔਰਤ ਪੁੱਤ ਦੀ ਥਾਂ ਤੇ ਜਠੁੱਤ, ਜਠੁੱਤ, ਉਹ ਜੇਠ ਦਾ ਪੁੱਤ। ਉਹਦੇ ਲਈ ਲਫ਼ਜ਼ ਇਹ ਚੱਲਦਾ ਰਿਹਾ, ਜੇਠ ਦਾ ਪੁੱਤ ਜਡੁੱਥ ਔਰ ਦਿਓਰ ਦਾ ਦਰੁੱਤ। ਜੇ ਦਰਾਣੀ ਦਾ ਮੁੰਡਾ ਤਾਂ ਦਰੁੱਤਾ, ਜੇ ਜਠਾਣੀ ਦਾ ਮੁੰਡਾ ਤਾਂ ਜਠੁੱਤ। ਸੋ ਇਸ ਤਰ੍ਹਾਂ ਦੇ ਨਾਮ ਵੀ ਰਹੇ। ਅੱਗੇ ਫਿਰ ਨਣਦ, ਨਣਦ, ਹਾਂ ਨਣਦ, ਨਣਦ ਦੇ ਘਰ ਵਾਲਾ ਨਣਦੋਈਆ, ਨਣਦੋਈਆ, ਤੇ ਉਹਨਾਂ ਦੇ ਵੀ ਇਸ ਤਰ੍ਹਾਂ ਹੀ ਰਿਸ਼ਤੇ ਗਾਂਹ ਦੀ ਗਾਂਹ ਤੁਰੇ ਜਾਂਦੇ ਨੇ। ਅੱਛਾ। ਨਣਦੋਈਆ ਬਣ ਗਿਆ ਹੈਗਾ, ਤੇ ਭਣੋਈਆ ਬਣ ਗਿਆ, ਭੈਣ ਦੇ ਘਰ ਵਾਲਾ ਭਣੋਈਆ ਬਣ ਗਿਆ। ਇਸੇ ਤਰੀਕੇ ਦੇ ਨਾਲ ਜੀਜਾ ਸਾਲੀ ਦਾ ਗਾਂਹ ਰਿਸ਼ਤਾ ਹੈਗਾ। ਇਸ ਤਰ੍ਹਾਂ ਦੇ ਵੀ ਰਿਸ਼ਤੇ ਚੱਲਦੇ ਨੇ। ਤੋ ਇਹ ਮੇਰਾ ਖਿਆਲ ਹੈ ਵੀ ਜਿੰਨੇ ਜਦੋਂ ਕਿਤੇ ਮੇਲ ਇਕੱਠੇ ਹੁੰਦੇ ਸੀ ਨਾ ਵਿਆਹ ਸ਼ਾਦੀਆਂ ਦੇ ਉੱਤੇ, ਤਾਂ ਰਿਸ਼ਤੇਦਾਰੀਆਂ ਸਾਰੀਆਂ ਇਕੱਠੀਆਂ ਹੁੰਦੀਆਂ ਸੀ। ਜਿਵੇਂ ਸੱਸ ਆ, ਸੱਸ ਤਾਂ ਚਲੋ ਸੱਸ ਤੇ ਨੂੰ ਨੇੜੇ ਨੇੜੇ ਰਹਿੰਦੇ ਨੇ। ਔਰ ਉਹਦੇ ਵਿੱਚ ਜਿਹੜੀਆਂ ਤਾਂ ਦਾਦਕੇ ਵਾਲੇ ਪਾਸੇ ਆ, ਸੱਸ ਜਿਹੜੀ ਦਾਦੀ ਆ ਆਪਦੇ ਪਤੀ ਦੀ, ਉਹ ਦਦੇਸ ਆ। ਦੁਬਾਰਾ ਦੱਸੋ। ਪਿਓ ਦੇ ਘਰ ਵਾਲੀ ਤਾਂ ਹੋ ਗਈ ਨਾ ਸੱਸ। ਜਿਹੜੀ ਪਤੀ ਦੇ ਘਰ, ਪਤੀ ਦੀ ਮਾਂ, ਉਹ ਪਤਨੀ ਦੀ ਸੱਸ ਹੋ ਗਈ, ਤੇ ਪਤਨੀ ਦੀ ਮਾਂ ਪਤੀ ਦੀ ਸੱਸ ਹੋ ਗਈ। ਪਤੀ ਦਾ ਜਿਹੜਾ ਪਿਓ ਆ ਉਹਦਾ ਸਹੁਰਾ, ਉਹਦਾ ਜਿਹੜਾ ਭਰਾ ਉਹ ਪਤਿਓਰਾ, ਉਹਦੇ ਘਰ ਵਾਲੀ ਪਤੀਸ ਬਣ ਗਈ। ਜਿਹੜਾ ਦਾਦਾ ਉਹ ਦਦਿਓਰਾ, ਸਹੁਰੇ ਦੇ ਉੱਤੇ ਸਹੁਰੇ ਦਾ ਜਿਹੜਾ ਪਿਓ ਦਦਿਓਰਾ, ਤੇ ਉਹਦੀ ਵਾਈਫ ਦਦੀਸ, ਦਦੇਸ, ਦਦੇਸ, ਦਦੇਸ। ਫਿਰ ਐਵੇਂ ਚਲੀ ਜਾਂਦੇ ਉੱਪਰ ਨੂੰ। ਅੱਛਾ। ਇਹ ਫਿਰ ਗਾਹਾਂ ਮਤਲਬ ਤੁਸੀਂ ਜਿਵੇਂ ਉੱਪਰ ਨੂੰ ਚਲਾਏ ਅੱਗੇ ਆਪਾਂ, ਉਸੇ ਤਰੀਕੇ ਨਾਲ ਪੜਪੇਸ ਬਣ ਗਈ ਦਦੇਸ ਤੋਂ ਗਾਹਾਂ ਗਾਹਾਂ ਉੱਪਰਲੀ ਜਿਹੜੀ ਪੀੜ੍ਹੀ ਹੈਗੀ ਆ ਉਹਦੇ ਨਾਲ ਉਵੇਂ ਸੱਸ ਦਾ ਜੁੜਦਾ ਜਾਂਦਾ। ਉਹ ਇੱਕ ਬੜੀ ਹੈਰਾਨੀ ਦੀ ਗੱਲ ਆ ਕਿ ਜਿਹੜੇ ਸੱਸੇ ਲਫ਼ਜ਼ ਦੇ ਨਾਲ ਆ ਨਾ ਰਿਸ਼ਤੇ, ਇਹ ਸਾਡੇ ਬਹੁਤ ਸਾਰੇ ਸੱਸੇ ਦੇ ਨਾਲ ਜੁੜੇ ਹੋਏ ਆ। ਸੱਸੇ ਦੇ ਨਾਲ ਹੀ ਸੱਸ ਆ, ਸੱਸੇ ਦੇ ਨਾਲ ਹੀ ਸਹੁਰਾ, ਸੱਸੇ ਦੇ ਨਾਲ ਹੀ ਸਾਲੀ, ਸੱਸੇ ਦੇ ਨਾਲ ਹੀ ਸਾਲਾ, ਸੱਸੇ ਦੇ ਨਾਲ ਹੀ ਸਪੁੱਤਰ, ਸਪੁੱਤਰੀ, ਸੱਸੇ ਨਾਲ ਹੋਰ ਵੀ ਕਈ ਇਸ ਤਰ੍ਹਾਂ ਦੇ ਹੈਗੇ ਨੇ। ਪਤੰਦਰ ਸ਼ਬਦ ਹੈ ਜਿਵੇਂ, ਇਹ ਕਿੱਥੋਂ ਆਇਆ, ਕੀ ਚੀਜ਼ ਹੈ? ਇਹ ਆਇਆ ਤਾਂ ਬੜੇ ਇਸ ਢੰਗ ਦੇ ਨਾਲ ਆ ਵੀ ਜੇ ਕੋਈ ਬੰਦਾ ਉਹ ਕੋਈ ਔਰਤ ਨੂੰ, ਉਸ ਔਰਤ ਨੂੰ ਲੈ ਕੇ ਆਉਂਦਾ ਆਪਦੇ ਘਰ,
ਆਪਦੀ ਘਰ ਵਾਲੀ ਬਣਾ ਲੈਂਦਾ, ਜਿਹੜਾ ਪਤਨੀ ਮਤਲਬ ਬਣਾ ਸੈਕੰਡ ਲੈਂਦਾ। ਮੈਰਿਜ ਹੈ ਕੋਈ। ਸੈਕੰਡ ਮੈਰਿਜ ਆ, ਪਤਨੀ ਬਣਾ ਲੈਂਦਾ। ਹਾਂ ਹਾਂ ਉਹਦੇ ਨਾਲ ਜਿਹੜਾ ਪੁੱਤਰ ਉਹਦਾ ਆਇਆ ਹੁੰਦਾ ਨਾ, ਇੱਕ ਤਾਂ ਪਤੀ ਦਾ ਜਿਹੜਾ ਆਪ ਦਾ ਪੁੱਤਰ ਆ ਉਹ ਤਾਂ ਉਹਦਾ ਪੁੱਤਰ ਆ, ਉਹਦਾ ਪੁੱਤ ਆ। ਜਿਹੜਾ ਉਹ ਪਤਨੀ ਦੇ ਨਾਲ ਪਹਿਲਾਂ ਦਾ ਆਇਆ ਕਿਸੇ ਹੋਰ ਦਾ ਹੈਗਾ, ਉਹ ਉੜੋਤਾ, ਉਹਦੇ ਲਈ ਉੜੁੱਤ ਲਫ਼ਜ਼ ਵਰਤਿਆ ਜਾਂਦਾ ਸੀ। ਅੱਛਾ। ਉਹਦੇ ਲਈ ਤਾਂ ਹਾਸੇ ਵਾਲੀ ਗੱਲ ਵੀ ਬੜੀ ਆ ਹਾਂ ਹਾਂ ਕਿ ਕਿਸੇ ਥਾਣੇਦਾਰ ਨੂੰ ਕਿਸੇ ਨੇ ਕਹਿਤਾ ਵੀ ਬੋਲੇ ਇਹਦਾ ਕਿੱਡਾ ਵੱਡਾ ਢਿੱਡਾ ਥਾਣੇਦਾਰ ਨੂੰ। ਹਾਂ ਹਾਂ ਉਹ ਸਿਪਾਹੀ ਸੀ, ਉਹਨਾਂ ਨੇ ਸੁਣ ਲਿਆ, ਉਹਨਾਂ ਨੇ ਜੋ ਫੜ ਲਿਆ ਢਾਹ ਲਿਆ। ਤੇ ਉਹ ਕਹਿੰਦੇ ਵੀ ਤੈਨੂੰ ਕੋਈ ਸਿਖਾਉਣ ਵਾਲਾ ਨਹੀਂ ਸੀਗਾ ਵੀ ਐਂ ਬੋਲੀਦਾ ਹੁੰਦਾ, ਲੋਕਾਂ ਦੇ ਢਿੱਡ ਪਰਖੀ ਦੇ ਆ। ਹਾਂ ਹਾਂ ਤੇ ਉਹ ਕਹਿੰਦੇ ਵੀ ਇਹ ਤਾਂ ਮੂਰਖ ਜਿਹਾ ਹੈਗਾ, ਵੀ ਇਹਦੇ ਪਿਓ ਨੂੰ ਸਮਝਾਓ, ਹਾਂ ਹਾਂ ਇਹਦੇ ਵੱਡੇ ਭਰਾ ਜਿਹਾ। ਉਹ ਕਹਿੰਦਾ ਲਿਆਓ ਇਹਨਾਂ ਦਾ ਕੋਈ ਵੱਡੇ ਘਰ ਦਾ। ਉਹ ਵੱਡਾ ਭਰਾ ਆ ਗਿਆ, ਵੱਡਾ ਭਰਾ ਆ ਕੇ ਉਹ ਕਹਿੰਦਾ, ਉਹਨੇ ਗਾਲ ਕੱਢੀ ਵੀ ਉਹ ਫਲਾਣੇ ਦਾ ਢਿੱਡ ਆ, ਤੂੰ ਢਿੱਡ ਤੋਂ ਕੀ ਕੱਢਣਾ ਪਾਉਣਾ ਸੀਗਾ। ਉਹ ਕਹਿੰਦੇ ਉਦੋਂ ਵੀ ਮੂਰਖ ਆ ਇਹ ਤਾਂ। ਉਹ ਕਹਿੰਦੇ ਇਹਨਾਂ ਦੇ ਪਿਓ ਨੂੰ ਸੱਦੋ। ਪਿਓ ਨੂੰ ਸੱਦ ਲਿਆ ਠੰਡਾ ਨੂੰ, ਕਹਿੰਦਾ ਕਿ ਇਹਨੂੰ ਮੁੰਡੇ ਤਾਂ ਜੰਮ ਲਏ ਆ, ਇਹਨਾਂ ਨੂੰ ਕੋਈ ਬੋਲਣਾ ਚੱਲਣਾ, ਕੁਛ ਬੋਲਬਾਣੀ ਵੀ ਸਿਖਾਉਣੀ ਸੀਗੀ। ਕਹਿੰਦਾ ਕੀ ਗੱਲ ਜੀ? ਕਹਿੰਦਾ ਚਲੋ ਆ ਛੋਟਾ ਤਾਂ ਚਲੋ ਛੋਟਾ, ਇਹ ਤਾਂ ਗਲਤੀ ਕਰ ਗਿਆ ਪਹਿਲਾਂ ਤੇ ਕੁੱਟ ਖਾ ਵੀ ਲਈ, ਆ ਵੱਡਾ ਉਦੋਂ ਵੀ ਕਹਿੰਦੇ ਨਲਾਇਕ ਨੇ ਲਿਆ। ਕਹਿੰਦਾ ਜੀ ਇਹ ਤਾਂ ਹੁਣ ਫਿਰ ਇਸ ਤਰ੍ਹਾਂ ਨਾ ਵੀ ਉਹ ਤਾਂ ਮੇਰਾ ਪੁੱਤ ਆ ਤੇ ਇਹ ਫਿਰ ਉੜੋਤਾ, ਫਿਰ ਇਸ ਕਰਕੇ ਕਹਿੰਦਾ ਇਹਦੀ ਗਲਤੀ ਤਾਂ ਮੇਰੇ ਸਿਰ ਨਾ ਲਾਓ। ਉਹ ਠੰਡਾ ਨੂੰ ਪਤਾ ਨਹੀਂ ਸੀਗਾ। ਉਹ ਕਹਿੰਦਾ ਉੜੁੱਤ ਕੀ ਹੁੰਦਾ? ਕਹਿੰਦਾ ਜੀ ਉੜੁੱਤ ਦਾ ਤੁਹਾਨੂੰ ਨਹੀਂ ਪਤਾ? ਕਹਿੰਦਾ ਨਹੀਂ। ਕਹਿੰਦਾ ਹੁਣ ਜਿਵੇਂ ਮੈਂ ਤੁਹਾਡੀ ਮਾਂ ਨੂੰ ਕਰ ਲਵਾਂ ਤੇ ਫਿਰ ਤੁਸੀਂ ਕਹਿੰਦਾ ਉਹਦੇ ਨਾਲ ਆਉਂ ਤਾਂ ਤੁਸੀਂ ਉੜੁੱਤ ਬਣੇ। ਸੋ ਇਹ ਜਿਹੜੇ ਹੈਗੇ ਨਾ ਰਿਸ਼ਤੇ ਨਾਤੇ, ਪਤੰਦਰ ਦੀ ਤੁਸੀਂ ਪੁੱਛ ਲਈ। ਹੁਣ ਉਹ ਜਿਹਨੂੰ ਉੜੁੱਤ ਕਹਿੰਦਾ ਨਾ, ਉੜੁੱਤ ਵੀ ਉਹਨੂੰ ਪਿਓ ਨਹੀਂ ਕਹਿੰਦਾ, ਉਹਨੂੰ ਵੀ ਪਤੰਦਰ ਕਹਿੰਦਾ ਉਹ। ਓਕੇ ਹਾਂ, ਬੜਾ ਇੰਟਰਸਟਿੰਗ ਹੈ। ਮਤਲਬ ਹੁਣ ਤਾਂ ਪਰ ਇਹਨੂੰ ਬੜੇ ਅਸੀਂ ਮੇਰੇ ਖਿਆਲ ਹੋਰ ਹੀ ਅਰਥਾਂ 'ਚ ਯੂਜ਼ ਕਰਨ ਲੱਗ ਗਏ ਹਾਂ। ਹਾਂ ਤੇ ਉਹ ਫਿਰ ਕਈਆਂ ਥਾਂ ਵਰਤਣ ਲੱਗ ਪਏ ਨਾ। ਇੱਕ ਸੌਂਕਣ ਮਤਲਬ ਬੜਾ ਯੂਜ਼ ਕੀਤਾ ਜਾਂਦਾ। ਇਹਦਾ ਅਸਲ ਇਹਦਾ origin ਕਿੱਥੋਂ ਹੋਇਆ? ਇਹ ਕਿਵੇਂ ਬਣਿਆ? ਸੌਂਕਣ ਤਾਂ ਇਹ ਹੈ ਕਿ ਜਿਹਦੇ ਪਹਿਲਾਂ ਪਤਨੀ ਹੁੰਦੀ ਹੈ ਪਤੀ ਦੀ, ਕਈ ਵਾਰੀ ਉਹਦੇ ਬਾਲ ਬੱਚਾ ਨਹੀਂ ਹੁੰਦਾ ਕਰਕੇ ਨਾ ਉਹ ਦੂਜਾ ਵਿਆਹ ਕਰ ਲੈਂਦਾ, ਜੋ ਹੁੰਦਾ ਤਾਂ ਵੀ ਕਈ ਵਾਰ ਕਰ ਲੈਂਦੇ ਰਹੇ ਪਹਿਲਾਂ ਤਾਂ ਉਹ ਜਿਹੜੀਆਂ ਦੋ ਪਤਨੀਆਂ ਹੁੰਦੀਆਂ ਨੇ ਉਹ ਆਪਸ ਵਿੱਚ ਹੀ ਸੌਂਕਣਾ ਹੁੰਦੀਆਂ। ਉਹਨਾਂ ਦਾ ਰਿਸ਼ਤਾ ਆਪਸ ਵਿੱਚ ਹੀ ਦੋਨਾਂ ਪਤਨੀਆਂ ਦਾ, ਭੈਣਾਂ ਦਾ ਨਹੀਂ ਹੁੰਦਾ। ਜੋ ਭੈਣਾਂ ਹੁਣ ਵੀ ਤਦ ਵੀ ਸੌਂਕਣਾ ਬਣ ਜਾਂਦੀਆਂ ਕਿ ਉਹ ਇੱਕੋ ਹੀ ਪਤੀ ਹੁੰਦਾ ਉਹਨਾਂ ਦਾ, ਪਰ ਉਹ ਦੋ ਪਤਨੀਆਂ ਹੁੰਦੀਆਂ, ਉਹ ਆਪਸ ਵਿੱਚ ਹੀ ਸੌਂਕਣਾ ਹੁੰਦੀਆਂ। ਤੇ ਉਹ ਇਵੇਂ ਜਿਵੇਂ ਹੀ ਜੇ ਕੋਈ ਬਾਈ ਚਾਂਸ ਇੱਕੋ ਹੀ ਪਤਨੀ ਹੈ ਤੇ ਗਾਂ ਦੋ ਛੜੇ ਆ, ਦੋਨਾਂ ਨਾਲ ਵਿਆਹੀ ਜਾਂਦੀ ਹੈ, ਦੋ ਪਤੀ ਬਣ ਜਾਂਦੇ, ਉਹ ਤੋਂ ਬਦਾਕਰ ਹੁੰਦਾ। ਅੱਛਾ। ਉਹਨਾਂ ਦਾ ਫਿਰ ਆਪਸ ਵਿੱਚ ਭਾਵੇਂ ਭਰਾ ਵੀ ਹੋਣ, ਉਹ ਬਦਾਕੜ ਵੱਜਦੇ ਆ। ਅੱਛਾ, ਉਹਦੇ ਲਈ ਵੀ ਮਤਲਬ ਸੌਂਕਣ ਤੇ ਉਧਰ ਬਦਾਕੜ। ਅੱਛਾ। ਸੋ ਇਸ ਕਰਕੇ ਨਾ ਰਿਸ਼ਤੇ ਜਿਹੜੇ ਹੈਗੇ ਆ, ਨਿੱਕੀਆਂ ਨਿੱਕੀਆਂ ਗੱਲਾਂ ਤੇ ਵੀ ਵੱਖਰੇ ਨਾਂ ਰੱਖੇ ਗਏ। ਤੋ ਇਹ ਇਸ ਗੱਲੋਂ ਤਾਂ ਹੈਰਾਨ ਹੋਈਦਾ ਬਈ ਹਰੇਕ ਯਾਰ ਰਿਸ਼ਤੇ ਦਾ ਨਾਂ ਰੱਖ ਲਿਆ ਇਹਨਾਂ ਨੇ, ਵੱਡੇ ਦਾ, ਛੋਟੇ ਦਾ। ਇਹ ਤਾਂ ਬੜੀ ਲੰਬੀ ਲਿਸਟ ਹੈ ਫਿਰ ਜਿਹੜੀ ਬੜੀ ਲੰਬੀ ਲਿਸਟ ਹੈ। ਔਰ ਲੰਬੀ ਲਿਸਟ ਹੀ ਨਹੀਂ ਇਕੱਲੀ, ਉਹਦਾ ਇੱਕ ਸਿਸਟਮ ਵੀ ਸੀਗਾ। ਜਿਵੇਂ ਉਹਨਾਂ ਦਾ ਨਾਮ ਰੱਖਣ ਦਾ ਇੱਕ ਸਿਸਟਮ ਹੈ। ਜਿਵੇਂ ਮੈਂ ਤੁਹਾਨੂੰ ਦੇਖਿਆ, ਤੁਸੀਂ ਆਪਣੇ ਆਪ ਅੱਗੇ ਅੱਗੇ ਫਿਰ ਨਾਮ ਉਹਨਾਂ ਦੇ ਬਣਾ ਸਕਦੇ ਹੋ, ਕਿਉਂਕਿ ਇੱਕ ਕਿਸਮ ਦੀ ਜਿਹੜੀ ਗ੍ਰਾਮਰ ਉਹਦੀ ਵਿਆਕਰਣ ਹੈ। ਹਾਂ, ਬਿਲਕੁਲ ਉਹੀ ਜਿਹੜੇ ਹੈਗੇ ਆ ਨਾ ਅੱਖਰ ਨਾਲ ਜੁੜਦੇ ਜਾਂਦੇ ਆ। ਜਿਵੇਂ ਸੱਸ ਤੋਂ ਦਦੇਸ, ਪਤੀਸ, ਤੇ ਇਸ ਤਰ੍ਹਾਂ ਹੀ ਮਾਮੇ ਦੀ ਜਿਹੜੀ ਗਾਹਾਂ ਹੈਗੀ ਆ ਨਾ, ਮਾਮਾ ਤੇ ਮਾਮੇ ਦੀ ਘਰ ਵਾਲੀ ਮਮੇਸ, ਫੁੱਫੜ ਦੇ ਘਰ ਵਾਲੀ ਫੁਫੇਸ, ਉਹ ਸੱਸ ਵਾਲੀ ਪਿੱਛੇ ਲੱਗਦੀ ਜਾਂਦੀ ਆ ਨਾਲ। ਫੁਫੇਸ, ਇਵੇਂ ਜਿਵੇਂ ਮਮੇਸ, ਦਦੇਸ, ਪਤੀਸ, ਇਹ ਸਾਰੇ ਜਿਹੜੇ ਹੈਗੇ ਆ ਉਸ ਤਰ੍ਹਾਂ ਜੁੜਦੇ। ਬੜੀ ਲੰਬੀ ਲਿਸਟ ਹੈ ਜੀ ਜਿਹੜੀ ਮਤਲਬ ਜਿਵੇਂ ਸਹੁਰੇ ਤੋਂ ਪਤਿਆਉਰਾ, ਦੂਜੇ ਤੀਜੇ ਸਹੁਰਾ ਲੱਗਦਾ ਜਾਂਦਾ ਨਾਲ। ਅੱਛਾ, ਜਿਵੇਂ ਸਹੁਰੇ ਹੈ, ਸਹੁਰੇ ਤਾਂ ਹੋ ਗਏ ਨਾ ਆਪਣਾ ਜਿੱਥੇ ਵਿਆਹ ਹੋਇਆ ਉਹ ਸਹੁਰੇ ਹੋ ਗਏ, ਤੇ ਜਿੱਥੇ ਪਤਨੀ ਦੇ ਨਾਨਕੇ ਆ ਉਹ ਨਨੌਰੇ ਬਣ ਗਏ। ਸਹੁਰੇ, ਨਨੌਰੇ, ਇਸ ਤਰੀਕੇ ਦੇ ਨਾਲ ਗਾਂ ਦੀ ਗਾਂ ਜੁੜਦੇ ਜਾਂਦੇ ਨੇ ਸ਼ਬਦ। ਸੋ ਸਿਰਫ ਅੰਕਲ ਆਂਟੀ ਦਾ ਚੱਕਰ ਨਹੀਂ ਹੈ। ਅਸਲ ਤੇ ਜਿਹੜੀ ਅਲੋਪ ਹੋਈ ਹੈ ਕਹਾਣੀ, ਨਹੀਂ ਲੱਗਦਾ ਵੀ ਬਹੁਤ ਲੰਬੀ ਕਹਾਣੀ ਹੈ ਜਿਹੜੀ। ਇਹ ਚਾਚਾ ਕਿ ਦੂਜਾ ਚਾਚਾ ਚਾਚੀ ਆ, ਕਿ ਤਾਇਆ ਤਾਈ ਆ, ਕਿ ਮਾਮਾ ਮਾਮੀ ਆ, ਕਿ ਭੂਆ ਫੁੱਫੜ ਆ, ਕਿ ਮਾਸੀ ਮਾਸੜਾ, ਇਹ ਤਾਂ ਸਾਰਾ ਕੁਝ ਰਲ ਗੱਡ ਜਾ ਕਰਦਾ। ਬੜਾ ਮਜ਼ਾ ਆਇਆ ਜੀ ਤੁਹਾਡੇ ਨਾਲ ਗੱਲ ਕਰਕੇ ਪ੍ਰਿੰਸੀਪਲ ਸਾਹਿਬ। ਥੋੜੀ ਜਿਹੀ ਝਲਕ ਤੁਸੀਂ ਦਿਖਾਈ ਹੈ ਕਿ ਪੰਜਾਬ ਦੇ ਰਿਸ਼ਤਿਆਂ ਦੀ ਜਿਹੜਾ ਸਿਸਟਮ ਸੀਗਾ, ਉਹਨਾਂ ਦੀ ਥੋੜੀ ਜਿਹੀ ਝਲਕ ਦਿਖਾਈ ਹੈ। ਮੇਰਾ ਖਿਆਲ ਹੈ ਇਹਦੇ ਬਾਰੇ ਹੋਰ ਵੀ ਕੰਮ ਕਰਨ ਦੀ ਲੋੜ ਹੈ ਜਿਹੜੇ ਖੋਜੀਆਂ ਨੂੰ, ਨਹੀਂ ਤਾਂ ਇਹ ਥੋੜੇ ਸਾਲਾਂ ਬਾਅਦ ਬਿਲਕੁਲ ਹੀ ਖਤਮ ਹੋ ਜਾਣੇ ਆ। ਇਹਦੇ ਸ਼ਮੀਲ ਜੀ ਇੱਕ ਮੈਂ ਗੱਲ ਆਖਰੀ ਕਰਨੀ ਚਾਹੁੰਦਾ
ਕਿ ਇਹ ਜਿਹੜੇ ਰਿਸ਼ਤੇ ਨਾਤੇ ਬਣੇ ਸੀਗੇ ਨਾ, ਇਹ ਪਹਿਲਾਂ ਤਾਂ ਬੰਦੇ ਦੀ ਲੋੜ ਸੀਗੀ ਕਿ ਸਮੂਹ ਦੇ ਵਿੱਚ ਇਕੱਠੇ ਹੋਣਾ। ਇਕੱਲਾ ਬੰਦਾ ਜਿਹੜਾ ਸਮਝਦਾ ਸੀ ਕਿ ਜੀਵਨ ਜਿਉਣਾ ਬਹੁਤ ਔਖਾ, ਉਹ ਪਰਿਵਾਰ ਰਿਸ਼ਤੇਦਾਰ ਰਲ ਮਿਲ ਕੇ ਨਾ ਉਹ ਸਮੂਹ ਬਣਾਉਂਦੇ ਸੀਗੇ, ਰਿਸ਼ਤੇ ਜੋੜਦੇ ਸੀਗੇ। ਅਤੇ ਜਿਹੜੀ ਸੋ ਕਾਲ ਡਿਵੈਲਪਮੈਂਟ ਆ, ਜਿਹੜੀ ਵਿਗਿਆਨਕ ਡਿਵੈਲਪਮੈਂਟ ਆ, ਜਿਹੜੀ ਨਵੀਂ ਸਦੀ ਦੀ ਗਾਂਹ ਵੱਧਦੀ ਜਾ ਰਹੀ ਡਿਵੈਲਪਮੈਂਟ ਆ, ਇਹ ਨਿਖੇੜਦੀ ਆ ਬੰਦੇ ਨੂੰ। ਇਹ ਮੋੜ ਕੇ ਸਮੂਹ ਦੇ ਵਿੱਚੋਂ ਬੰਦੇ ਨੂੰ ਅਲੱਗਾ ਕਰ ਰਹੀ ਹੈ, ਇੰਡੀਵਿਜੂਅਲ ਕਰ ਰਹੀ ਆ, ਕੱਲਾ ਕਰ ਰਹੀ ਆ। ਕੱਲਾ ਕਰਨ ਦੇ ਵਿੱਚ ਫਿਰ ਜਿਹੜੇ ਰਿਸ਼ਤੇ ਹੈਗੇ ਨਾ, ਉਹ ਜਿਹੜੇ ਉਹ ਪਿੱਛੇ ਹੁੰਦੇ ਜਾਂਦੇ ਆ। ਨਹੀਂ, ਬੜੀ ਤੁਸੀਂ ਵਧੀਆ ਗੱਲ ਕੀਤੀ, ਔਰ ਮੇਰਾ ਖਿਆਲ ਹੈ ਇਹ ਬੜੀ ਕਮਾਲ ਦਾ ਇਹ ਮੈਸੇਜ ਹੈ। ਕੱਲਾ ਰੁੱਖ ਰੋਈਆਂ ਵਿੱਚ ਡੋਲੇ, ਕੱਲਾ ਰੱਬਾ ਕੋਈ ਨਾ ਹੋਵੇ। ਇਹ ਕੱਲ ਤੋਂ ਔਖਾ ਹੋ ਕੇ, ਦੁਖੀ ਹੋ ਕੇ, ਨਿਰਾਸ਼ ਹੋ ਕੇ ਉਹ ਸਮੂਹ ਵੱਲ ਨੂੰ ਵਧਿਆ, ਪਰਿਵਾਰ ਵੱਲ ਨੂੰ ਵਧਿਆ, ਰਿਸ਼ਤੇਦਾਰ ਇਕੱਠ ਵੱਲ ਨੂੰ ਵਧਿਆ। ਔਰ ਹੁਣ ਦੀ ਜਿਹੜੀ ਸਾਡੀ ਡਿਵੈਲਪਮੈਂਟ ਆ, ਉਸ ਨੇ ਸਮੂਹ ਤੋਂ ਸਾਨੂੰ ਨਖੇੜਨਾ ਸ਼ੁਰੂ ਕੀਤਾ। ਦਾਦਾ ਦਾਦੀ ਭੁਲਾਤੇ, ਪੜਦਾਦਾ ਪੜਦਾਦੀ ਤਾਂ ਬਹੁਤ ਪਿੱਛੇ ਰਹਿ ਗਏ। ਹੋ ਸਕਦਾ ਕਿਸੇ ਦਿਨ ਮਾਂ ਬਾਪ ਵੀ ਭੁੱਲ ਜਾਣ, ਹੋ ਸਕਦਾ ਭੈਣ ਭਰਾ ਵੀ ਭੁੱਲ ਜਾਣ, ਹੋ ਸਕਦਾ ਬੰਦਾ ਇਕੱਲਾ ਹੀ ਰਹਿ ਜੇ, ਹੋ ਸਕਦਾ ਪਤੀ ਪਤਨੀ ਨੂੰ ਭੁੱਲ ਜਾਵੇ ਤੇ ਪਤਨੀ ਨਹੀਂ। ਤਾਂ ਬੜੀ ਇਹ ਤਾਂ ਬੜਾ ਡਰਾਉਣੀ ਤਸਵੀਰ ਤੁਸੀਂ ਪੇਸ਼ ਕਰ ਰਹੇ ਹੋ। ਸੋ ਰਿਸ਼ਤਿਆਂ ਦੀ ਜਿਹੜੀ ਇਹ ਕਹਾਣੀ ਹੈ, ਇਹਦੇ ਬਹਾਨੇ ਸਾਡਾ ਇੱਕ ਜਿਹੜਾ ਸਿਵਲਾਈਜੇਸ਼ਨ ਦਾ ਸੰਕਟ ਹੈ, ਸਭਿਅਤਾ ਦਾ ਸੰਕਟ ਹੈ, ਉਸ ਵੱਲ ਵੀ ਇਸ਼ਾਰਾ ਕੀਤਾ। ਅਤੇ ਇਸ ਬਾਰੇ ਖੋਜੀਆਂ ਨੂੰ, ਜਿਹੜੇ ਖਾਸ ਕਰਕੇ ਨੌਜਵਾਨ ਰਿਸਰਚਰਸ ਨੇ ਯੂਨੀਵਰਸਿਟੀਆਂ 'ਚ, ਉਹਨਾਂ ਨੂੰ ਵੀ ਇਸ 'ਤੇ ਕੰਮ ਕਰਨਾ ਚਾਹੀਦਾ ਹੈ। ਅਤੇ ਪੰਜਾਬ ਦੇ ਰਿਸ਼ਤਿਆਂ ਦਾ ਜੋ ਇਹ ਪੁਰਾਣਾ ਸਿਸਟਮ ਹੈ, ਇਹਨੂੰ ਘੱਟੋ ਘੱਟ ਡਾਕੂਮੈਂਟ 'ਤੇ ਜ਼ਰੂਰ ਕੀਤਾ ਜਾਏ। ਭਾਵੇਂ ਅਸੀਂ ਰਿਸ਼ਤਿਆਂ ਨੂੰ ਨਾ ਬਚਾ ਸਕੀਏ, ਘੱਟੋ ਘੱਟ ਸਾਨੂੰ ਪਤਾ ਤਾਂ ਹੋਏ ਕਿ ਸਾਡਾ ਪੁਰਾਣਾ ਰਿਸ਼ਤਿਆਂ ਦਾ ਕੀ ਸਿਸਟਮ ਹੁੰਦਾ ਸੀ। ਕਿਉਂ ਜੀ, ਕਿਵੇਂ ਲੱਗਾ ਇਹ ਸੈਗਮੈਂਟ? ਅਸੀਂ ਧੰਨਵਾਦੀ ਹਾਂ ਪ੍ਰਿੰਸੀਪਲ ਸਰਵਣ ਸਿੰਘ ਜੀ ਦੇ, ਜਿਨ੍ਹਾਂ ਸਾਡੇ ਬਰੈਂਪਟਨ ਸਟੂਡੀਓ ਦੇ ਵਿੱਚ ਸ਼ਮੀਲ ਜਸਵੀਰ ਹੋਣਾ ਦੇ ਨਾਲ ਇਹ ਖਾਸ ਮੁਲਾਕਾਤ ਕੀਤੀ, ਵਡਮੁੱਲੀ ਜਾਣਕਾਰੀ ਸਾਂਝੀ ਕੀਤੀ। ਆਓ ਆਪਣੀ ਮਾਂ ਬੋਲੀ ਦਾ ਸਤਿਕਾਰ ਕਰੀਏ ਅਤੇ ਆਪਣੀ ਬੋਲੀ ਤੋਂ, ਜਿਹੜੀ ਆਪਣੀ ਬੋਲੀ ਦੇ ਵਿੱਚੋਂ ਗੁਆਚ ਰਹੇ ਲਫ਼ਜ਼ ਆ, ਉਹਨਾਂ ਨੂੰ ਸੰਭਾਲੀਏ, ਆਪਣੇ ਰਿਸ਼ਤਿਆਂ ਨੂੰ ਸੰਭਾਲੀਏ। ਪਿਛਲੇ ਹਫ਼ਤੇ ਪ੍ਰੋਗਰਾਮ ਦੇ ਆਖਰ ਦੇ ਵਿੱਚ ਪੇਸ਼ ਕੀਤਾ ਗਿਆ ਗੀਤ ਵੀ ਤੁਸੀਂ ਪਸੰਦ ਕੀਤਾ। ਅੱਜ ਦਾ ਗੀਤ ਵੀ ਉਸੇ ਲੜੀ ਦੇ ਵਿੱਚ ਉਦਾਸ ਮਾਹੌਲ ਦੇ ਵਿੱਚੋਂ ਹੀ ਪੇਸ਼ ਕਰਦੇ ਹਾਂ। ਸਿੱਧੂ ਮੂਸੇਵਾਲਾ ਹੋਵੇ ਜਾਂ ਮਾਂ ਪਿਓ ਦਾ ਕੋਈ ਹੋਰ ਜਵਾਨ ਪੁੱਤ, ਜਦੋਂ ਮਾਂ ਬਾਪ ਨੂੰ ਇਕਲੌਤੇ ਜਵਾਨ ਪੁੱਤਰ ਦੀ ਅਰਥੀ ਚੁੱਕਣੀ ਪੈਂਦੀ ਹੈ ਤਾਂ ਉਹਨਾਂ ਲਈ ਜ਼ਿੰਦਗੀ ਦੇ ਵਿੱਚ ਇਦੋਂ ਵੱਡਾ ਬੋਝ ਹੋਰ ਕੋਈ ਨਹੀਂ ਹੋ ਸਕਦਾ, ਜਿਸ ਦੇ ਥੱਲਿਓਂ ਜ਼ਿੰਦਗੀ ਭਰ ਨਿਕਲਣਾ ਮੁਸ਼ਕਲ ਹੈ। ਇਸ ਗੀਤ ਦੇ ਨਾਲ ਹੀ ਹੋ ਜਾਵੇਗੀ ਪ੍ਰੋਗਰਾਮ ਦੀ ਸਮਾਪਤੀ। ਅਗਲੇ ਹਫ਼ਤੇ ਤੱਕ ਬਲਜਿੰਦਰ ਸਿੰਘ ਅਟਵਾਲ ਨੂੰ ਇੱਥੇ ਹੀ ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ। रब ना करे के ऐसी विपता आवे, ढिडों जम्या पहला ही ना तुर जावे। दूरों बैठ दुआवां करदी अम्मी, दुख साडे लेखां दे जरदी अम्मी। वेड़े विच बैठी दा जी जिया डोले, सानू ना कुछ हो जाए डरदी अम्मी। हो दुनिया ते सुख सब्र शांति ताए, क्योंकि सबना कोल मुल्ली माए। ताप चढ़े सिर पट्टियां तरदी अम्मी, ना कुछ हो जाए डरदी अम्मी। 29 ਮਈ ਨੂੰ ਕਾਲਾ ਦਿਨ ਚੜਿਆ, ਉਹ ਤੇ ਮੇਰਾ ਸਭ ਕੁਝ ਐਂ ਲੱਗਦਾ ਸੀ ਵੀ ਖਤਮ ਹੋ ਗਿਆ।
ਕਾਮਯਾਬੀਆਂ ਪਾਵਣ ਮੇਰੇ ਜਾਏ ਸਾਡੇ ਲਈ ਉਹ ਕਿਸ ਕਿਸ ਦਰ ਤੇ ਜਾਏ ਨੰਗੇ ਪੈਰੀ ਚੌਂਕੀਆਂ ਭਰਦੀ ਅੰਮੀ ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ ਵਿਹੜੇ ਵਿੱਚ ਬੈਠੀ ਦਾ ਜੀ ਜਿਆ ਡੋਲੇ ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ ਅੱਜ ਪ੍ਰਦੂਸ਼ਣ ਬਹੁਤ ਵੱਧ ਚੁੱਕਿਆ। ਮੈਂ ਹਰ ਇੱਕ ਬੱਚੇ ਨੂੰ, ਹਰ ਇੱਕ ਮੇਰੇ ਬਜ਼ੁਰਗ ਨੂੰ ਮੈਂ ਬੇਨਤੀ ਕਰਨਾ ਚਾਹੁੰਦੀ ਹਾਂ ਵੀ ਉਸ ਦੇ ਨਾਮ ਦਾ ਇੱਕ ਇੱਕ ਰੁੱਖ ਲਾ ਕੇ ਉਹਨੂੰ ਛੱਡਣਾ ਨਹੀਂ, ਉਹਨੂੰ ਪਾਲਣਾ ਹੈ, ਉਸ ਨੂੰ ਬੋੜ ਦੀ ਤਰ੍ਹਾਂ ਵਧਾਉਣਾ ਹੈ ਤਾਂ ਜੋ ਮੈਨੂੰ ਕੁਛ ਨਾ ਕੁਛ ਸ਼ਾਂਤੀ ਮਿਲ ਸਕੇ। ਉਸ ਦੀਆਂ ਰੀਝਾਂ ਵੇਖ ਹੋਵੇ ਹੈਰਾਨੀ ਸਭ ਤੋਂ ਉੱਚੀ ਸੁੱਚੀ ਏ ਕੁਰਬਾਨੀ ਕਦੇ ਨਾ ਥੱਕਦੀ ਕਦੇ ਨਾ ਹਰਦੀ ਅੰਮੀ ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ ਮੈਨੂੰ ਫਿਰ ਤੋਂ ਐ ਲੱਗਣ ਲੱਗਾ ਵੀ ਮੇਰਾ ਸ਼ੁਭ ਗਿਆ ਨਹੀਂ, ਮੇਰੇ ਆਸ-ਪਾਸ ਹੈ। ਕਿਰਪਾ ਕਰਕੇ ਸਾਡੇ ਹੌਸਲੇ ਨੂੰ ਏਦਾਂ ਹੀ ਬਣਾਈ ਰੱਖਿਓ। ਜੋ ਵੀ ਸ਼ੁਭ ਬੋਲਦੇ ਸੀ ਪੱਗ ਨੂੰ, ਆਪਣੇ ਮਾਤਾ ਪਿਤਾ ਦੇ ਸਤਿਕਾਰ ਨੂੰ, ਉਸੇ ਤਰ੍ਹਾਂ ਜੇ ਮੈਨੂੰ ਮੇਰੀ ਮਾਂ ਸਮਝਦੇ ਹੋ ਮੈਂ ਤੁਹਾਨੂੰ ਆਪਦੇ ਬੱਚੇ ਸਮਝੂੰਗੀ। ਉਸੇ ਤਰ੍ਹਾਂ ਉਸ ਦੇ ਜੋ ਬੋਲ ਨੇ ਉਹਨਾਂ ਨੂੰ ਕਾਇਮ ਰੱਖਿਓ। ਜਿਨ੍ਹਾਂ ਨੇ ਮਾਵਾਂ ਦਾ ਮੁੱਲ ਨਹੀਂ ਪਾਇਆ ਮੰਦ ਭਾਗਿਆਂ ਡਾਢਾ ਪਾਪ ਕਮਾਇਆ ਅੰਦਰੋਂ ਅੰਦਰੀ ਜਾਂਦੀ ਖਰਦੀ ਅੰਮੀ ਸਾਨੂੰ ਨਾ ਕੁਝ ਹੋ ਜਾਏ ਡਰਦੀ ਹੋ ਰੱਬ ਨਾ ਕਰੇ ਕਿ ਐਸੀ ਵਿਪਤਾ ਆਵੇ ਢਿੱਡੋਂ ਜੰਮਿਆ ਪਹਿਲਾਂ ਹੀ ਨਾ ਤੁਰ ਜਾਵੇ ਇਹ ਗੱਲ ਸੁਣਦੇ ਸਾਰ ਹੀ ਮਰਦੀ ਅੰਮੀ ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ ਵਿਹੜੇ ਵਿੱਚ ਬੈਠੀ ਦਾ ਜੀ ਜਿਆ ਡੋਲੇ ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ ਮੈਂ ਹਰ ਇੱਕ ਬੱਚੇ ਨੂੰ, ਹਰ ਇੱਕ ਮੇਰੇ ਬਜ਼ੁਰਗ ਨੂੰ ਮੈਂ ਬੇਨਤੀ ਕਰਨਾ ਚਾਹੁੰਦੀ ਹਾਂ ਵੀ ਉਸ ਦੇ ਨਾਮ ਦਾ ਇੱਕ ਇੱਕ ਰੁੱਖ ਲਾ ਕੇ ਉਹਨੂੰ ਛੱਡਣਾ ਨਹੀਂ, ਉਹਨੂੰ ਪਾਲਣਾ ਹੈ, ਉਸ ਨੂੰ ਬੋੜ ਦੀ ਤਰ੍ਹਾਂ ਵਧਾਉਣਾ ਹੈ ਤਾਂ ਜੋ ਮੈਨੂੰ ਕੁਛ ਨਾ ਕੁਛ ਸ਼ਾਂਤੀ ਮਿਲ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।